ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਵੇਖ ਰਹੇ ਆਪ ਸਭ ਦਰਸ਼ਕਾਂ ਨੂੰ ਮੇਜਰ ਸਿੰਘ ਨਾਗਰਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਨਿੱਘਾ ਸਵਾਗਤ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਜਿਹੜੇ ਹੈ ਸਮੇਂ ਅਨੁਸਾਰ ਜਿੱਥੇ ਪੰਜਾਬੀਅਤ ਨਾਲ ਸੰਬੰਧਿਤ ਕਾਰੋਬਾਰਾਂ ਦੀ ਗੱਲ ਜਾਂ ਇੱਥੋਂ ਦੇ ਸਾਡੇ ਜਿਹੜੇ ਵਿਹਾਰਾਂ ਦੀ ਗੱਲ ਕਰਦੇ ਹਾਂ, ਉੱਥੇ ਨਾਲ ਦੀ ਨਾਲ ਸਾਹਿਤਕਾਰਾਂ ਦੀ ਗੱਲ ਅਤੇ ਸਾਹਿਤ ਦੀ ਗੱਲ ਵੀ ਅਸੀਂ ਛੇੜਦੇ ਹਾਂ। ਤੇ ਇਸੇ ਲੜੀ ਦੇ ਵਿੱਚ ਅੱਜ ਅਸੀਂ ਗੱਲਬਾਤ ਜਿਹੜੀ ਹੈ ਉਹ ਕਰਨ ਜਾ ਰਹੇ ਹਾਂ ਨਾਟਕਾਂ ਸੰਬੰਧੀ। ਪੰਜਾਬੀ ਦੇ ਨਾਟਕਾਂ ਦਾ ਜਿਹੜਾ ਇਸ ਅੱਜ ਦੇ ਦੌਰ ਦੇ ਵਿੱਚ ਕੀ ਹਾਲ ਹੈ ਤੇ ਕਿਵੇਂ ਨਾਟਕ ਜਿਹੜਾ ਰਚਿਆ ਜਾ ਰਿਹਾ ਜਾਂ ਖੇਡਿਆ ਜਾ ਰਿਹਾ, ਇਹ ਸਾਰੀ ਗੱਲਬਾਤ ਦਾ ਜਿਹੜਾ ਇਸ ਵਿਸ਼ੇ ਦੇ ਉੱਤੇ ਹੋਏਗੀ। ਔਰ ਇਸ ਗੱਲਬਾਤ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਜਿਹੜੀ ਹੈ ਸਾਡੀ ਸਾਂਝੀ ਜਿਹੜੀ ਕੋਸ਼ਿਸ਼ ਹੈ ਉਹਦੇ ਵਿੱਚ ਅੰਤਰਮਨ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ। ਤੇ ਅੰਤਰਮਨ ਦੀ ਜਿਹੜੀ ਸ਼ੁਰੂਆਤ ਕਰਨ ਵਾਲੇ ਫਾਊਂਡਰ ਡਾਕਟਰ ਨਿਰਮਲ ਜਸਵਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉਹ ਬਤੌਰ ਮੁੱਖ ਭੂਮਿਕਾ ਐਜ਼ ਏ ਹੋਸਟ ਨਿਭਾਉਣਗੇ। ਸੋ ਡਾਕਟਰ ਨਿਰਮਲ, ਤੁਹਾਡਾ ਨਿੱਘਾ ਸਵਾਗਤ। ਤੇ ਸਾਡੇ ਅੱਜ ਦੇ ਜਿਹੜੇ ਖਾਸ ਮਹਿਮਾਨ ਨੇ ਉਹਨਾਂ ਦਾ ਤਾਰੁਫ ਜਿਹੜਾ ਹੈ ਜਾਣ ਪਹਿਚਾਣ ਤੁਸੀਂ ਵਾਰੀ ਕਰਾਓ ਜੀ। ਡਾਕਟਰ ਨਿਰਮਲ ਜਸਵਾਲ। ਹਾਂਜੀ, ਇੱਥੋਂ ਗੁੱਡ ਮਾਰਨਿੰਗ, ਨਮਸਕਾਰ ਤੇ ਸਤਿ ਸ੍ਰੀ ਅਕਾਲ। ਪਹਿਲਾਂ ਸਤਿ ਸ੍ਰੀ ਅਕਾਲ ਕਰਨਾ ਚਾਹੀਦਾ, ਪੰਜਾਬੀ ਦਾ ਪ੍ਰੋਗਰਾਮ ਹੈਗਾ। ਐਨੀਵੇ, ਜਿਸ ਤਰ੍ਹਾਂ ਮੇਰਾ ਆਪਣਾ ਅੰਤਰਮਨ ਇੰਟਰਨੈਸ਼ਨਲ ਆਰਟ ਐਂਡ ਲਿਟਰੇਚਰ ਕੈਨੇਡਾ ਤੇ ਇੰਡੀਆ ਵੱਲੋਂ ਮੈਂ ਸ਼ੁਰੂਆਤ ਕੀਤੀ ਸੀ ਡਾਕਟਰ ਆਪਣੇ ਮੇਜਰ ਨਾਗਰਾ ਜੀ ਨਾਲ ਮਿਲ ਕੇ। ਤੇ ਜਿਸ ਤਰ੍ਹਾਂ ਮੇਰਾ ਇੱਕ ਸਲੋਗਨ ਹੈ ਕਿ ਕੁਝ ਕਰ ਗੁਜ਼ਰਨੇ ਕੇ लिए ਮੌਸਮ ਨਹੀਂ ਮਨ ਚਾਹੀਏ। ਤੇ ਸਾਡਾ ਮਨ ਇਹ ਹੈ ਕਿ ਕਦੇ ਅਸੀਂ ਕਵਿਤਾ ਦੀ ਕਰਦੇ ਹਾਂ, ਕਦੇ ਕਹਾਣੀਆਂ ਦਾ, ਕਦੇ ਹੁਣ ਡਿਸਕਸ਼ਨ ਨਾਟਕ ਦੀ ਹੈ। ਡਾਕਟਰ ਰਵੇਲ ਸਿੰਘ ਨੂੰ ਇੱਕਦਮ ਮੈਨੂੰ ਯਾਦ ਆਇਆ ਕਿ ਡਾਕਟਰ ਰਵੇਲ ਸਿੰਘ ਤਾਂ ਇੰਨਾ ਕੰਮ ਕਰ ਚੁੱਕੇ ਨਾਟਕਾਂ ਤੇ ਆਪਣੇ ਫੋਕਲੋਰ ਵਗੈਰਾ ਤੇ ਇਹਨਾਂ ਨੂੰ ਸੱਦੀਏ। ਤੇ ਆਪਣੇ ਕੈਨੇਡਾ ਵੱਲੋਂ ਆਪਣੇ ਖੈਰਾ ਸਾਹਿਬ ਜਿਹੜੇ ਹੈਗੇ ਉਹ ਵੀ ਨਾਟਕਕਾਰ ਨੇ ਤੇ ਲਿਖਦੇ ਵੀ ਨੇ ਤੇ ਖੇਡਦੇ ਵੀ ਨੇ। ਤੇ ਮੈਂ ਕਿਤੇ ਹੋਰ ਕੋਈ ਗੱਲ ਨਾ ਕਰਦੀ ਹੋਈ ਪ੍ਰੋਫੈਸਰ ਰਵੇਲ ਸਿੰਘ ਦੇ ਥੋੜੀ ਜਿਹੀ ਵਾਕਫੀਅਤ ਕਰਨੀ ਹੈ, ਕਿਉਂਕਿ ਪੰਜਾਬੀ ਵਰਡ 'ਚ ਸਾਰੇ ਜਿੰਨੇ ਵੀ ਹੈ ਲੋਕ ਸਾਰੇ ਡਾਕਟਰ ਰਵੇਲ ਸਿੰਘ ਬਾਰੇ ਜਾਣਦੇ ਨੇ। ਪਰ ਇਹ ਇੰਟਰਨੈਸ਼ਨਲ ਲੈਵਲ ਤੇ ਜਾ ਰਿਹਾ ਤੇ ਕਈ ਮੇਰੇ ਆਪਣੇ ਵੀ ਜਰਮਨ ਇੱਧਰੋਂ ਉੱਧਰੋਂ ਲੋਕ ਹੈਗੇ ਨੇ ਜਿਹੜੇ ਕਿ ਉਹ ਵੀ ਦੇਖਣ ਤੇ ਉਹ ਵੀ ਸ਼ਲਾਘਾ ਕਰਨ, ਕਿਉਂਕਿ ਇਹਨਾਂ ਦੇ ਵੈਸੇ ਨਾਂ ਨੂੰ ਕੋਈ ਏਦਾਂ ਨਹੀਂ ਕਿ ਕੋਈ ਨਾ ਜਾਣਦਾ ਹੋਵੇ, ਸਾਰੇ ਜਾਣਦੇ ਨੇ ਪੂਰੇ ਵਰਲਡ 'ਚ। ਮਤਲਬ ਜਿੰਨਾ ਕੰਮ ਇਹਨਾਂ ਨੇ ਕੀਤਾ ਹੈ ਉਹ ਕੋਈ ਹੋਏਗਾ ਕਿ ਜਿਹੜਾ ਨੇ ਫੋਕਲੋਰ 'ਚ ਕਿਸੇ ਨੇ ਕੰਮ ਕੀਤਾ ਹੋਏਗਾ। ਤੇ ਪ੍ਰੋਫੈਸਰ ਰਵੇਲ ਸਿੰਘ ਜੀ ਨੂੰ ਮੈਂ ਉਦੋਂ ਜਾਣਦੀ ਹਾਂ ਜਦੋਂ ਮੈਂ ਪੰਜਾਬੀ ਕਹਾਣੀਆਂ ਵੱਲ ਆਈ ਸੀ, ਕਿਉਂਕਿ ਕੋਈ ਵੀ ਐਸਾ ਨਹੀਂ ਹੈ ਜੋ ਇਹਨਾਂ ਨੂੰ ਨਹੀਂ ਜਾਣਦਾ। ਇਸੇ ਕਰਕੇ ਦਿੱਲੀ ਯੂਨੀਵਰਸਿਟੀ 'ਚ ਇਹ ਬਤੌਰ ਪ੍ਰੋਫੈਸਰ ਮਈ 2014 ਵਿੱਚ ਲੱਗੇ ਸੀ। ਤੇ 35 ਵਰ੍ਹਿਆਂ ਦਾ ਇਹਨਾਂ ਦਾ ਤਜਰਬਾ ਹੈਗਾ ਐਡਮਿਨਿਸਟ੍ਰੇਸ਼ਨ ਤੌਰ ਤੇ, ਅਕੈਡਮਿਕ ਐਡਮਿਨਿਸਟ੍ਰੇਸ਼ਨ ਤੌਰ ਤੇ। ਤੇ ਇਹਨਾਂ ਨੇ ਜਿਹੜੀ ਐਜੂਕੇਸ਼ਨ ਹੈ, ਐਜੂਕੇਸ਼ਨ ਵੈਸੇ ਤਾਂ ਸਰਟੀਫਿਕੇਟ ਤੋਂ ਲੈ ਲਈਏ ਤੇ MA PhD ਵਗੈਰਾ ਕੀਤੀ, ਪਰ ਉਸ ਤੋਂ ਇਲਾਵਾ ਬਹੁਤ ਜ਼ਿਆਦਾ ਐਜੂਕੇਸ਼ਨ ਇਹਨਾਂ ਦੀ ਵਰਲਡ ਵਾਈਜ਼ ਹੈ। ਪਰ ਇਹਨਾਂ ਦਾ ਤਜਰਬਾ ਜਿਹੜਾ ਹੈ ਬਹੁਤ ਲਾਜਵਾਬ ਹੈ। ਤੇ ਪੰਜਾਬੀ ਅਕੈਡਮੀ ਦਿੱਲੀ ਦੇ ਜਿਹੜਾ ਮੁੱਖ ਅਦਾਰਾ ਹੈਗਾ ਉਹਦੇ ਵਿੱਚ ਬਤੌਰ ਸਕੱਤਰ ਰਹੇ ਨੇ ਤੇ ਬੜਾ ਕੰਮ ਕੀਤਾ ਹੈ। ਇਹਨਾਂ ਦਾ ਕੰਮ ਤੇ ਰੁਝਾਨ ਜਿਹੜਾ ਹੈ ਫੋਕਲੋਰ, ਫੋਕ ਡਰਾਮਾ ਤੇ ਡਰਾਮੈਟਿਕ ਸਟੱਡੀਜ਼ ਸੀ, ਮੀਡੀਆ ਸਟੱਡੀਜ਼, ਸਿਨੇਮਾ ਐਨਾਲਿਸਿਸ, ਫੋਕਲੋਰ ਸਟੱਡੀ ਤਾਂ ਹੈਗੀ, ਮੈਡੀਏਵਲ ਲਿਟਰੇਚਰ ਵਿੱਚ ਵੀ ਰਿਹਾ ਤੇ ਇਹਨਾਂ ਦਾ ਪੜ੍ਹਾਉਣ ਦਾ ਵਿਸ਼ਾ ਵੀ ਇਹੀ ਰਿਹਾ ਹੈ। ਤੇ ਆਪਣੇ ਹਰਮਨ ਪਿਆਰੇ ਪ੍ਰੋਫੈਸਰ ਤੇ ਮਿਟਬੋਲ ਆਪਣੇ ਪ੍ਰੋਫੈਸਰ ਨੇ ਤੇ ਵਿਦਿਆਰਥੀਆਂ ਲਈ ਤੇ ਆਰਟਿਸਟਾਂ ਦੀ ਇੱਕ ਗਾਂਹ ਵੱਧ ਤੋਂ ਵੱਧ ਇਹ ਮਤਲਬ ਮਦਦ ਕਰਦੇ ਨੇ। ਜਿੱਦਾਂ ਕਿ ਮੈਂ ਆਪਣਾ ਫੀਲਡ ਜਿਹੜਾ ਮੇਰਾ ਕਹਾਣੀਆਂ ਦਾ ਫੀਲਡ ਹੈ, ਜਦੋਂ ਮੈਂ ਲਿਖਦੀ ਹੁੰਦੀ ਸੀ ਤੇ ਮੈਨੂੰ ਬਤੌਰ ਕਹਾਣੀਕਾਰ ਵੀ ਇਹ ਅਕੈਡਮੀ 'ਚ ਸੱਦੇ ਹੁੰਦੇ ਸੀਗੇ। ਤੇ ਕਿਤਾਬਾਂ ਵੀ ਸਾਡੀ ਜਿੰਨੀਆਂ ਵੀ ਕਹਾਣੀਕਾਰ ਵਗੈਰਾ ਜਿਹੜੇ ਹੈਗੇ ਜਿਨ੍ਹਾਂ ਦੀ ਨਵੀਂ ਕਿਤਾਬਾਂ ਛਪਦੀਆਂ ਸੀ, ਇਹ ਵੀ ਆਪਣੇ ਹੱਲਾਸ਼ੇਰੀ ਦੇ ਕੇ ਪੰਜਾਬੀ ਅਕੈਡਮੀ ਵਾਲੇ ਖੁਦ ਕਿਤਾਬਾਂ ਨੂੰ ਪਰਚੇਜ਼ ਕਰਾਉਂਦੇ ਹੁੰਦੇ ਸੀਗੇ। ਤੇ ਮੇਰੇ ਖਿਆਲ ਹੈ ਜਿੰਨਾ ਤੱਕ ਮੈਂ ਜਾਣੇ, ਜਿੱਥੋਂ ਤੱਕ ਮੈਂ ਜਾਣਦੀ ਹਾਂ, ਇਹਨਾਂ ਦੀ ਮਦਦ ਨਾਲ ਬੜੇ ਲੋਕ ਮਤਲਬ ਪੂਰੇ ਪੰਜਾਬੀ ਵਰਡ 'ਚ ਨਹੀਂ ਪੂਰੇ ਸੰਸਾਰ ਵਰਡ 'ਚ ਬੜੇ ਲੋਕ ਕਹਾਣੀਆਂ ਦਾ ਨਾਮ ਬਹੁਤ ਜ਼ਿਆਦਾ ਗਿਆ, ਕਿਉਂਕਿ ਇਹਨਾਂ ਨੇ ਕਹਾਣੀਆਂ, ਨਾਟਕਾਂ ਤੇ ਜਿਹੜੇ ਆਰਟਿਸਟ ਨੇ ਉਹਨਾਂ ਦੀ ਵੱਧ ਚੜ ਕੇ ਮਦਦ ਕਰਕੇ ਉਹਨਾਂ ਨੂੰ ਸੱਦਿਆ। ਤੇ ਆਪਣੇ ਸਾਹਿਤ ਜਿਹੜੇ ਨੈਸ਼ਨਲ ਸਾਹਿਤ ਅਕੈਡਮੀ ਉਹਨਾਂ ਨਾਲ ਵੀ ਇਹ ਜੁੜੇ ਰਹੇ ਨੇ। ਤੇ ਮੈਂ ਮੋਟੀ ਦੀ ਗੱਲ ਕਰਦੇ ਹਾਂ ਕਿ ਇਹਨਾਂ ਦੀ ਕਿਤਾਬਾਂ ਜੇ ਪੰਜਾਬੀ ਨਾਟਕਾਂ ਦੀ 6 ਪੁਸਤਕਾਂ ਆਈਆਂ ਨੇ ਤੇ ਟ੍ਰਾਂਸਲੇਸ਼ਨ ਦੀ 8 ਪੁਸਤਕਾਂ ਤੇ ਐਡਿਟ ਕੀਤੀਆਂ 28 ਪੁਸਤਕਾਂ। ਤੇ ਸਮਦਰਸ਼ੀ ਮੈਗਜ਼ੀਨ ਇੱਕ ਹੈ ਜਿਹੜਾ 2000 ਤੋਂ ਲੈ ਕੇ ਇਹਨਾਂ ਨੇ 2015 ਤੱਕ ਇਹਨਾਂ ਨੇ ਆਪਣਾ ਐਡਿਟ ਕੀਤਾ, ਉਹ ਚਲਾਇਆ ਔਰ ਬਕਾਇਦਾ ਚਲਾਇਆ। ਹੁਣ ਕੀ ਪ੍ਰੋਬਲਮ ਹੈ ਉਹ ਪਤਾ ਨਹੀਂ, ਕਿਉਂਕਿ ਪੰਜਾਬੀ ਅਕੈਡਮੀ ਜਿਹੜੇ ਵੀ ਹੈ ਕੋਈ ਔਰ ਉਹ ਚਲਾ ਰਿਹਾ ਜਾਂ ਨਹੀਂ ਇਹ ਸਾਨੂੰ ਨਹੀਂ ਪਤਾ ਹੈਗਾ। ਤੇ ਸਾਰਾ ਤੋਂ ਵੱਡੀ ਗੱਲ ਇਹ ਰਹੀ ਹੈ ਕਿ ਇਹਨਾਂ ਨੇ ਲਗਾਤਾਰ 3 ਵਰ੍ਹੇ ਜਿਹੜੇ ਪੰਜਾਬੀ ਕਾਨਫਰੰਸ ਆਰਗੇਨਾਈਜ਼ ਕੀਤੇ, ਪ੍ਰੈਜੈਂਟੇਸ਼ਨ ਦਿੱਤੀ ਹੈ। ਤੇ ਸੋ ਮੈਂ ਮੇਜਰ ਨਾਗਰਾ ਜੀ ਨੂੰ ਕਹਿੰਦੀ ਹਾਂ ਕਿ ਬਾਕੀ ਤੁਸੀਂ ਆਪਣਾ ਜਿਹੜਾ ਇਹਨਾਂ ਵਾਸਤੇ ਕੁਝ ਕਰਨਾ ਤਾਂ ਕਰੋ। ਆਪਣਾ ਫੋਕਲੋਰ ਦੀ ਗੱਲ ਕਰਦੇ ਹਾਂ ਤੇ ਸ਼ੁਰੂਆਤ ਕਰਦੇ ਹਾਂ। ਬਿਲਕੁਲ ਜੀ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਜੀ। ਵੈਲਕਮ।
ਸੋ ਇਸ ਦੇ ਨਾਲ ਮੈਂ ਸਾਡੇ ਅਗਲੇ ਜਿਹੜੇ ਸਾਡੇ ਨਾਲ ਮਹਿਮਾਨ ਨੇ ਉਹਨਾਂ ਦਾ ਵੀ ਮੈਂ ਤਾਰਫ ਕਰਾ ਦਿਆਂ, ਤਾਂ ਕਿ ਅਸੀਂ ਨਾਲੋਂ ਨਾਲ ਜਿਹੜਾ ਜਿਵੇਂ ਕਹਿੰਦੇ ਆ ਚਾਰੋਂ ਜਣੇ ਜਿਹੜੇ ਜਿਸ ਪ੍ਰੋਗਰਾਮ ਨੂੰ ਅੱਗੇ ਲੈ ਕੇ ਤੁਰੀਏ। ਸੋ ਕੁਲਵਿੰਦਰ ਖਹਿਰਾ ਜੀ, ਔਰ ਇੱਕ ਅਜਿਹੀ ਸ਼ਖਸੀਅਤ ਪੰਜਾਬੀ ਭਾਈਚਾਰੇ ਦੇ ਵਿੱਚ ਔਰ ਪੰਜਾਬੀ ਸਾਹਿਤ ਜਗਤ ਦੇ ਵਿੱਚ, ਪ੍ਰਵਾਸੀ ਸਾਹਿਤ ਜਗਤ ਦੀ ਜੇਕਰ ਆਪਾਂ ਗੱਲ ਕਰੀਏ ਨਾਰਥ ਅਮਰੀਕਾ ਦੇ ਵਿੱਚ, ਤਾਂ ਜਿੱਥੇ ਲੰਬੇ ਸਮੇਂ ਤੋਂ ਇੱਥੋਂ ਦੇ ਵਸਿੰਦੇ ਨੇ ਉਹ ਕੈਨੇਡਾ ਦੇ, ਉੱਥੇ ਨਾਲ ਦੀ ਨਾਲ ਜਿਹੜਾ ਇਹਨਾਂ ਦਾ ਸਾਹਿਤਕ ਸਫ਼ਰ ਹੈ ਉਹ ਵੀ ਇਹਨਾਂ ਦੇ ਕੈਨੇਡਾ ਦੇ ਪ੍ਰਵਾਸ, ਹੁਣ ਤੇ ਖੈਰ ਆਵਾਸ ਅਸੀਂ ਇੱਥੋਂ ਦੇ ਆਵਾਸੀ ਕਹਾਂਗੇ, ਉਹਦੇ ਨਾਲ ਉਨਾ ਹੀ ਲੰਮਾ ਇਹਨਾਂ ਦਾ ਲੰਮੇਰਾ, ਇਹਨਾਂ ਦਾ ਉਹ ਪੰਧ ਵੀ ਹੈ। ਸੋ ਭਾਰਤ ਦੇ ਵਿੱਚ ਜੰਮੇ ਔਰ ਕੈਨੇਡਾ ਦੇ ਵਿੱਚ 1981 ਤੋਂ ਰਹਿ ਰਹੇ ਕੁਲਵਿੰਦਰ ਖਹਿਰਾ ਜੀ, ਜਿੱਥੇ ਨਾਟਕਾਂ ਦੇ ਵਿੱਚ ਇੱਕ ਹਸਤਾਖਰ ਨੇ, ਉੱਥੇ ਪੰਜਾਬੀ ਨਾਟਕ ਦੇ ਵਿੱਚ ਉੱਥੇ ਕਵਿਤਾ ਬੜੀ ਅੱਛੀ ਇਹਨਾਂ ਨੇ ਲਿਖੀ ਹੈ। ਔਰ ਇਹਨਾਂ ਦਾ ਪਹਿਲਾ ਜਿਹੜਾ ਕਾਵਿ ਸੰਗ੍ਰਹਿ ਸੀ ਉਹ ਪੀੜ ਦੀ ਪ੍ਰਵਾਜ਼ 2000 ਦੇ ਵਿੱਚ ਛਪਿਆ ਸੀ, ਤੇ ਦੂਜੀ ਕਿਤਾਬ ਜਿਹੜੀ ਇਹਨਾਂ ਦੀ ਫਿਰ ਅੰਨੀਆਂ ਗਲੀਆਂ, ਉਹ ਨਾਟਕਾਂ ਦਾ ਨਾਟਕ ਸਨ ਜਿਹੜੇ ਉਹ 2007 ਦੇ ਵਿੱਚ ਆਏ। ਔਰ ਆਈ ਕਿਤਾਬ ਤੇ ਬਹੁਤ ਸਾਰੇ ਨਾਟਕ ਇਹਨਾਂ ਦੇ ਜਿਹੜੇ ਮੈਨੂੰ ਵੀ ਮੌਕਾ ਮਿਲਦਾ ਰਿਹਾ ਉਹਨਾਂ ਦੇ ਨਾਟਕਾਂ ਦੇ ਵਿੱਚ ਉਹਨਾਂ ਨੂੰ ਵੇਖਣ ਦਾ ਜਾਂ ਉਹਨਾਂ ਦੇ ਨਾਲ ਜੁੜਨ ਦਾ, ਜਿਵੇਂ ਸੁੱਚਾ ਸਿੰਘ ਕੈਨੇਡੀਅਨ, ਸੁਪਨੇ ਬਣੇ ਪ੍ਰੇਤ, ਗੋਲਡਨ ਟਰੀ, ਤੇ ਇਸੇ ਤਰ੍ਹਾਂ ਲਹਿਰਾ ਦੀਨ ਕੇ ਹੇਤ ਸ਼ਹੀਦ ਮੇਵਾ ਸਿੰਘ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਸੀ। ਤੇ ਮੈਂ ਗਵਾਹ ਹਾਂ ਜਿਹੜਾ ਕਿ ਸਰਾਭਾ, ਕਰਤਾਰ ਸਿੰਘ ਸਰਾਭੇ ਦੇ ਉੱਤੇ ਆਧਾਰਿਤ ਸੀ। ਤੇ ਇੱਕ ਇਹਨਾਂ ਨੇ ਅਡੈਪਟੇਸ਼ਨ, ਥੈਂਕ ਯੂ ਮਿਸਟਰ ਗੁਲਾਡ ਦੀ ਅਡੈਪਟੇਸ਼ਨ ਜਿਹੜੀ ਕੀਤੀ, ਉਹ ਜਿਨ ਪ੍ਰੇਮ ਕੀਓ। ਸੋ ਕੁਲਵਿੰਦਰ ਖਹਿਰਾ ਜੀ, ਤੁਹਾਡਾ ਵੀ ਨਿੱਘਾ ਸਵਾਗਤ, ਬਹੁਤ ਬਹੁਤ ਜੀ ਆਇਆਂ ਨੂੰ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਆਪਣੇ ਕੁਲਵਿੰਦਰ ਜੀ ਦਾ ਸਵਾਗਤ ਹੈ। ਤੇ ਆਪਣੇ ਇਹਨਾਂ ਨੇ ਇੱਕ ਜੋ ਵੀ ਨਾਗਰਾ ਸਾਹਿਬ ਨੇ ਦੱਸਿਆ ਸਾਰੇ ਦਰਸ਼ਕਾਂ ਨੂੰ ਪਤਾ ਵੀ ਹੈ, ਤੇ ਹੁਣ ਜਾਣਕਾਰੀ ਹੋਰ ਵੀ ਮਿਲੇਗੀ ਇਹਨਾਂ ਨੂੰ। ਤੇ ਮੈਂ ਸ਼ੁਰੂਆਤ ਕਰਦੀ ਹਾਂ ਡਾਕਟਰ ਆਪਣੇ ਰਵੇਲ ਸਿੰਘ ਜੀ ਤੋਂ ਕਿ ਡਾਕਟਰ ਸਾਹਿਬ, ਅੱਜ ਕੱਲ ਜਿਹੜੇ ਨਾਟਕ ਚੱਲ ਰਹੇ ਨੇ, ਪੰਜਾਬੀ ਨਾਟਕ ਦੀ ਅਸੀਂ ਸਪੈਸ਼ਲੀ ਗੱਲ ਕਰਦੇ ਹਾਂ ਕਿ ਇਹਨਾਂ ਦੇ ਨਾ ਅੱਜ ਕੱਲ ਜਿਹੜੇ ਕੋਵਿਡ ਦੇ ਸਮੇਂ 'ਚ ਤੇ ਦਸ਼ਾ ਕੀ ਹੈ ਤੇ ਦਿਸ਼ਾ ਕੀ ਹੈ, ਕਿਉਂਕਿ ਨਾਟਕਕਾਰ ਜਿਹੜੇ ਲਿਖ ਕੇ ਨਹੀਂ, ਬੋਲ ਕੇ ਨਹੀਂ, ਪਰ ਇਹ ਸਟੇਜੀ ਨਾਟਕ ਹੁੰਦੇ, ਸਾਡੀ ਕਹਾਣੀਆਂ ਹੋਣ, ਕੁਝ ਵੀ ਹੋਵੇ, ਨਾਟਕ ਹੋਣ, ਜੇ ਅਸੀਂ ਸਟੇਜ ਤੇ ਨਹੀਂ ਲਿਆਵਾਂਗੇ, ਦਰਸ਼ਕਾਂ ਤੱਕ ਨਹੀਂ ਪਹੁੰਚ ਕਰਾਂਗੇ, ਤੇ ਸਾਡੀ ਅਵਸਥਾ ਬੜੀ ਪ੍ਰੋਬਲਮ ਹੋ ਜਾਣੀ ਹੈ। ਤੇ ਇਹ ਪ੍ਰੋਬਲਮ ਨੂੰ ਅਸੀਂ ਕਿੱਦਾਂ ਸੋਲਵ ਕਰਿਆ, ਅੱਜ ਕੱਲ ਹੈ ਕਿ ਕਿਸ ਤਰ੍ਹਾਂ ਇਹ ਗੁਜ਼ਾਰਾ ਕਰ ਰਹੇ ਨੇ, ਕਿਸ ਤਰ੍ਹਾਂ ਇਹ ਦਰਸ਼ਕਾਂ ਤੱਕ ਪਹੁੰਚ ਰਹੇ ਨੇ, ਤਾਂ ਉਹਨਾਂ ਦੇ ਥੋੜੇ ਜਿਹੇ ਮਤਲਬ ਦੱਸੋ ਸਾਨੂੰ, ਅੱਜ ਕੱਲ ਮਤਲਬ ਇਹਨਾਂ ਦੀ ਦਸ਼ਾ ਕਿਸ ਤਰ੍ਹਾਂ ਹੈ। ਥੈਂਕ ਯੂ ਨਿਰਮਲ ਜੀ। ਪਹਿਲੇ ਤਾਂ ਮੇਰੀ ਖੁਸ਼ਕਿਸਮਤੀ ਆ ਕਿ ਮੈਂ ਨਿਰਮਲ ਜੀ ਤੁਹਾਡੇ ਨਾਲ, ਨਾਗਰਾ ਸਾਹਿਬ ਨਾਲ, ਖਹਿਰਾ ਸਾਹਿਬ ਨਾਲ ਬੈਠ ਕੇ ਅੱਜ ਪੰਜਾਬੀ ਨਾਟਕ ਬਾਰੇ, ਪੰਜਾਬੀ ਰੰਗਮੰਚ ਬਾਰੇ ਗੱਲਾਂ ਕਰ ਰਿਹਾ। ਜਿੱਥੋਂ ਤੱਕ ਪੈਂਡੈਮਿਕ ਦੇ ਵਿੱਚ ਨਾਟਕ ਦੀ ਦਸ਼ਾ ਤੇ ਦਿਸ਼ਾ ਦਾ ਸਵਾਲ ਹੈ, ਕਿਉਂਕਿ ਨਾਟਕ ਬਾਰੇ ਅਸੀਂ ਕਹਿੰਦੇ ਹਾਂ ਕਿ ਇੱਕ ਮਿਸ਼ਰਤ ਕਲਾ ਹੈ, ਇੱਕ ਬੜੀ ਜਟਿਲ ਕਲਾ ਹੈ, ਔਰ ਇਸ ਜਟਿਲ ਕਲਾ ਨੂੰ ਜਿਹੜੀ ਸਮੂਹਿਕ ਕਲਾ ਵੀ ਹੈ, ਔਰ ਇਹਦੇ ਵਿੱਚ ਸਮੂਹਿਕ ਕਲਾ ਸਿਰਫ ਲੇਖਕ ਵਾਸਤੇ, ਨਿਰਦੇਸ਼ਕ ਵਾਸਤੇ ਜਾਂ ਐਕਟਰਸ ਵਾਸਤੇ ਨਹੀਂ ਹੈ, ਕਿਉਂਕਿ ਇਹਦੇ ਵਿੱਚ ਸਮੂਹਿਕਤਾ ਹੀ ਮੇਜਰ ਜਿਹੜਾ ਇਸ਼ੂ ਹੁੰਦਾ ਹੈ ਕਿ ਜੇ ਕਰਨ ਵਾਲੇ ਸਮੂਹ ਹੈਗੇ ਤਾਂ ਵੇਖਣ ਵਾਲੇ ਦਰਸ਼ਕਾਂ ਦਾ ਵੀ ਸਮੂਹ ਹੈ। ਤੇ ਜਦੋਂ ਸਮੂਹ ਸੋਸ਼ਲ ਡਿਸਟੈਂਸਿੰਗ ਕਰਕੇ ਸਮੂਹ ਇਕੱਠੇ ਨਹੀਂ ਹੋ ਸਕਦੇ ਤੇ ਨਾਟਕ ਦੀ ਜਿਹੜੀ ਮੰਚੀ ਪੇਸ਼ਕਾਰੀ ਆ ਉਹ ਬੜੀ ਮੁਸ਼ਕਲ ਹੈ, ਉਹ ਹੋ ਹੀ ਨਹੀਂ ਸਕਦੀ, ਕਿਉਂਕਿ ਜੋ ਹਾਲਾਤ ਚੱਲ ਰਹੇ ਆ, ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਲਾਗ ਦੀ ਬਿਮਾਰੀ ਹੈ, ਔਰ ਲਾਗ ਦੀ ਬਿਮਾਰੀ ਵਿੱਚ 7 ਫੁੱਟ ਦੀ ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੈ, ਤੇ ਰਿਹਰਸਲਸ ਨਹੀਂ ਹੋ ਸਕਦੀਆਂ, ਫਿਰ ਲੋਕਾਂ ਨੂੰ ਇਕੱਠੇ ਕਰਕੇ ਨਾਟਕ ਦਿਖਾਇਆ ਨਹੀਂ ਜਾ ਸਕਦਾ। ਸੋ ਨਾਟਕਕਾਰਾਂ ਨੂੰ ਤੇ ਨਿਰਦੇਸ਼ਕਾਂ ਨੂੰ ਨਵੇਂ ਦਿਸਹੱਦਿਆਂ ਦੀ ਤਲਾਸ਼ ਕਰਨੀ ਪਏਗੀ, ਨਵੇਂ ਜਿਹੜੇ ਆ ਟੂਲਸ ਲੱਭਣੇ ਪੈਣਗੇ, ਜਿਹੜੇ ਸਾਡੇ ਪਾਸ ਹੈਗੇ ਨੇ, ਮੌਜੂਦ ਨੇ, ਪਰ ਉਹਨਾਂ ਨੂੰ ਕਿਵੇਂ ਤੁਸੀਂ ਇਵੋਲਵ ਕਰਕੇ ਕਿਵੇਂ ਤੁਸੀਂ ਉਹਨਾਂ ਨੂੰ ਲਾਗੂ ਕਰੋਗੇ, ਇਹ ਦੇਖਣਾ ਪਏਗਾ। ਔਰ ਖਾਸ ਕਰਕੇ ਜਿਹੜਾ ਮੈਨੂੰ ਬਦਲ ਸਮਝ ਆ ਰਿਹਾ ਕਿ ਇੱਕ ਤੇ ਬਦਲ ਇਹ ਆ ਕਿ ਅਸੀਂ ਔਨ ਕੈਮਰਾ ਸੋਲੋ ਪਲੇ ਕਰਕੇ ਦਿਖਾ ਦਈਏ, ਜਿੱਥੇ ਕਿ ਘਰ ਦੀ ਬੈਠਕ ਵਿੱਚ ਪਲੇ ਹੋ ਜਾਏ, ਜਾਂ ਫਿਰ ਜਦੋਂ ਥੋੜਾ ਜਿਹਾ ਖੁੱਲਦਾ ਹੈ ਤੇ ਉਦੋਂ ਇਹ ਹੋ ਸਕਦਾ ਹੈ ਕਿ ਤੁਸੀਂ ਜਿਹੜੇ ਬਹੁਤ ਇੱਕ ਪਾਤਰੀ ਜਾਂ 2 ਪਾਤਰੀ ਪਲੇ ਜਿਨ੍ਹਾਂ ਦੀ ਰਿਹਰਸਲ ਵਿੱਚ ਬਹੁਤੇ ਲੋਕ ਇਕੱਠੇ ਨਾ ਹੋ ਸਕਣ, ਤੇ ਉਹਨਾਂ ਪਲੇਸ ਦੀ ਤਿਆਰੀ ਹੋਵੇ, ਕਿਉਂਕਿ ਪਲੇ ਲਿਖਿਆ ਵੀ ਉਦਾਂ ਹੀ ਜਾਏਗਾ। ਇਹ ਤਾਂ ਨਹੀਂ ਕਿ ਨਿਰਦੇਸ਼ਕ ਉੱਠੇਗਾ ਕੋਈ ਖੇਡਣਾ ਸ਼ੁਰੂ ਕਰ ਦੇਗਾ, ਕਿਉਂਕਿ ਜਦੋਂ ਕੋਈ ਨਾਟਕਕਾਰ ਨਾਟਕ ਲਿਖੇਗਾ ਤੇ ਇਸੇ ਸਿਚੁਏਸ਼ਨ ਨੂੰ ਉਹਦੇ ਬਿਹਾਈਂਡ ਦੀ ਦਿਮਾਗ ਹੋਏਗੀ, ਪਿੱਛੇ ਦਿਮਾਗ ਦੇ ਪਈ ਹੋਏਗੀ, ਤਾਂ ਉਸ ਜਿਹੜੀ ਸਿਚੁਏਸ਼ਨ ਦੇ ਵਿੱਚ ਦ੍ਰਿਸ਼ ਕਿੱਦਾਂ ਸਿਰਜਣਾ, ਜਿਹੜਾ ਦ੍ਰਿਸ਼ ਤੁਸੀਂ ਸਿਰਜ ਰਹੇ ਹੋ ਨਾਟਕਕਾਰ, ਉਸ ਦ੍ਰਿਸ਼ ਨੂੰ ਏਦਾਂ ਹੀ ਸਿਰਜਿਆ ਜਾਵੇ ਕਿ ਉਹ ਇੱਕ ਜਿਹੜੀ ਆ ਉਹ ਸੰਕੋਚ ਕੇ ਸਿਰਜਣਾ ਪਏਗਾ, ਕਿਉਂਕਿ ਜੇ ਅਸੀਂ ਘਰ ਦੀ ਬੈਠਕ ਵਿੱਚ ਪਲੇ ਕਰਨਾ ਔਨ ਕੈਮਰਾ ਜਾਂ ਸਟੇਜ ਤੇ ਵੀ ਕਰਨਾ, ਕਿਉਂਕਿ ਤੁਹਾਡੇ ਕੋਲ ਹੁਣ ਸਹੂਲਤਾਂ ਉੱਦਾਂ ਦੀਆਂ ਨਹੀਂ ਹੋਣਗੀਆਂ।
ਹਾਂ, ਇੱਕ ਸਹੂਲਤਾਂ ਦਾ ਵਾਧਾ ਵੀ ਹੈ ਕਿ ਤੁਹਾਡੇ ਕੋਲ ਹੁਣ ਜਿਹੜੇ ਮਲਟੀਮੀਡੀਆ ਦੇ ਬਹੁਤ ਸਾਰੇ ਟੂਲਸ ਹੈਗੇ ਆ, ਜਿਨ੍ਹਾਂ ਨੂੰ ਤੁਸੀਂ ਯੂਜ਼ ਕਰਕੇ ਆਪਣੇ ਜਿਹੜਾ ਨਾਟਕ ਦਾ ਪ੍ਰਭਾਵ ਉਹਨੂੰ ਵਧਾ ਸਕਦੇ ਹੋ। ਸੋ ਇਸ ਤਰ੍ਹਾਂ ਦੇ ਕੁਝ ਨਵੇਂ ਟੂਲਸ ਵਰਤ ਕੇ, ਨਵੀਆਂ ਜਿਹੜੀਆਂ ਹੈਗੀਆਂ ਜੁਜ਼ਾਂ ਵਰਤ ਕੇ, ਨਵੇਂ ਤਰੀਕੇ ਵਰਤ ਕੇ, ਵਿਧੀਆਂ ਵਰਤ ਕੇ, ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਨਾਟਕ ਖਤਮ ਹੋ ਜਾਏਗਾ। ਕਦੇ ਖਤਮ ਨਹੀਂ ਹੁੰਦਾ, ਨਾਟਕ ਨੇ ਚੱਲਦਾ ਰਹਿਣਾ। ਔਰ ਇਹ ਤਾਂ ਕਿਹਾ ਜਾਂਦਾ ਕਿ ਬਹੁਤ ਸਾਰੇ ਉਦਾਹਰਨਾਂ ਸਾਡੇ ਕੋਲ ਪਈਆਂ ਕਿ ਸੰਕਟ ਦੇ ਵਿੱਚ ਵੀ ਅਦਾਕਾਰ ਸਟੇਜ ਤੇ ਰਹੇ ਆ, ਭਾਵੇਂ ਕਿ ਉਹਨਾਂ ਦੇ ਘਰਾਂ ਵਿੱਚ ਕਈ ਵਾਰ ਬਹੁਤ ਮੁਸ਼ਕਿਲਾਂ ਹੁੰਦੀਆਂ। ਤੇ ਇਸ ਸੰਕਟਮਈ ਸਮੇਂ ਵਿੱਚ ਨਾਟਕ ਦਾ ਰੋਲ ਵੀ ਬਹੁਤ ਜ਼ਿਆਦਾ, ਕਿਉਂਕਿ ਨਾਟਕ ਇੱਕ ਇਸ ਤਰ੍ਹਾਂ ਦੀ ਵਿਧਾ ਆ ਜਿਹਨੇ ਸਾਡੇ ਸੀਨਿਆਂ ਨੂੰ ਠੰਡ ਪਾਉਣੀ ਹੁੰਦੀ ਹੈ, ਜਿਹਨੇ ਸਾਨੂੰ ਡੁੱਬਦਿਆਂ ਨੂੰ ਸਹਾਰਾ ਦੇਣਾ ਹੁੰਦਾ ਹੈ। ਸੋ ਨਾਟਕ ਦਾ ਸਾਨੂੰ ਬਹੁਤ ਆਸਾਂ ਹੈ, ਬਹੁਤ ਉਮੀਦ ਹੈ, ਪਰ ਬਸ਼ਰਤੇ ਕਿ ਸਾਡੇ ਨਿਰਦੇਸ਼ਕ, ਸਾਡੇ ਨਾਟਕਕਾਰ ਉਹਨੂੰ ਨਵਿਆਂ ਤਰੀਕਿਆਂ ਨਾਲ, ਨਵੀਆਂ ਵਿਧੀਆਂ ਨਾਲ, ਨਵੇਂ ਟੂਲਸ ਨਾਲ ਉਹਨੂੰ ਖੇਡਣ ਦੀ ਕੋਸ਼ਿਸ਼ ਕਰਨ। ਤਾਂ ਪਰ ਡਾਕਟਰ ਸਾਹਿਬ, ਜਿਹੜੇ ਸੋਲੋ ਨਾਟਕ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਜਿੱਦਾਂ ਹੁਣ ਮੇਰਾ ਇੱਕ ਨਾਟਕ ਰੇਤ ਦਾ ਰਿਸ਼ਤਾ, ਇੱਕੋ ਕੁੜੀ ਨੇ ਸੋਲੋ ਨਾਟਕ ਕੀਤਾ ਸੀ, ਬੜਾ ਕਮਾਲ ਦਾ ਕੀਤਾ। ਪਰ ਉਹਦੇ ਨਾਲ ਪ੍ਰੋਬਲਮ ਇਹ ਆਉਂਦੀ ਹੈ ਕਿ ਨਾਟਕਾਂ 'ਚ ਇੱਕੋ ਆਰਟਿਸਟ ਰਹਿ ਜਾਏਗਾ ਤੇ ਬਾਕੀ ਆਰਟਿਸਟ ਜਿਹੜੇ ਹੈ ਵਿਹਲੇ ਹੋ ਜਾਣਗੇ, ਤੇ ਬਹੁਤ ਪ੍ਰੋਬਲਮ ਹੈ, ਕਿਉਂਕਿ ਇਹਨਾਂ ਦਾ ਆਪਣਾ ਗੁਜ਼ਾਰਾ ਵੀ ਇਹਨਾਂ ਨਾਲ ਹੀ ਹੁੰਦਾ ਹੈ। ਮੈਂ ਆਪਣੇ ਚੰਡੀਗੜ੍ਹ ਮੈਂ ਬਿਲੋਂਗ ਕਰਦੀ ਹਾਂ। ਚੰਡੀਗੜ੍ਹ ਆਪਣਾ 16 ਸੈਕਟਰ ਸਟੇਜ ਹੈ ਸਾਡੀ ਕਲਾ ਭਵਨ ਦੀ, ਤੇ ਉੱਥੇ ਇੰਨੇ ਨਾਟਕ ਤੇ ਇੰਨੇ ਜ਼ਿਆਦਾ ਆਰਟਿਸਟ ਇਨਵੋਲਵ ਹੁੰਦੇ ਆ, ਤੇ ਪੈਸੇ ਵੀ ਉਹਨਾਂ ਦਾ ਹੈ, ਉਹਨਾਂ ਤੋਂ ਗੁਜ਼ਾਰਾ ਕਰਦੇ, ਰੋਟੀ ਰੋਜ਼ੀ ਉਹਨਾਂ ਤੋਂ ਚੱਲਦੀ ਆ। ਹੁਣ ਇੱਕੋ ਸੋਲੋ ਨਾਟਕ ਦੀ ਆਰਥਿਕਤਾ ਦਾ ਮਸਲਾ ਅਲੱਗ ਹੈ। ਪਹਿਲੇ ਤਾਂ ਆਪਾਂ ਨਾਟਕ ਦੀ ਦਸ਼ਾ ਤੇ ਦਿਸ਼ਾ ਦੀ ਗੱਲ ਕਰ ਰਹੇ ਸੀ। ਦੂਜਾ ਮਸਲਾ ਨਾਟਕ ਦੀ ਆਰਥਿਕਤਾ ਦਾ ਹੈ। ਆਰਥਿਕਤਾ ਜਿਹੜੀ ਹੈਗੀ ਆ ਉਹਦੇ ਮਸਲੇ ਆਪਣੇ ਆ, ਕਿਉਂਕਿ ਇਸ ਤਰ੍ਹਾਂ ਦਾ ਪੰਜਾਬੀ ਨਾਟਕ ਅਜੇ ਤੱਕ ਡਿਵੈਲਪ ਨਹੀਂ ਹੋਇਆ, ਸਵਾਈ ਇੱਕ ਦੋ ਗਰੁੱਪਸ ਤੇ। ਜੇ ਤੁਸੀਂ ਚੰਡੀਗੜ੍ਹ ਵਿੱਚ ਗੱਲ ਕਰੋ ਤਾਂ ਸਾਹਿਬ ਸਿੰਘ ਦਾ ਗਰੁੱਪ ਹੈ, ਜਾਂ ਸੰਗੀਤਾ ਗੁਪਤਾ ਦਾ ਗਰੁੱਪ ਹੈ, ਕਦ ਗਰੁੱਪ ਹੈ, ਜਾਂ ਅੰਮ੍ਰਿਤਸਰ ਵਿੱਚ ਕੇਵਲ ਧਾਲੀਵਾਲ ਦਾ ਗਰੁੱਪ ਹੈ, ਹਾਂ, ਜਾਂ ਫਿਰ ਤੁਸੀਂ ਬਠਿੰਡੇ ਵਿੱਚ ਅਚਲ ਕੀਰਤੀ ਕਿਰਪਾਲ ਕਰ ਰਿਹਾ। ਕੁਛ ਗਰੁੱਪ ਪੰਜਾਬ ਵਿੱਚ ਹੁਣ ਬੜੇ ਜਿਹੜੇ ਸੋਲੀ ਜਿਹਨਾਂ ਦੇ ਜਿਹੜੇ ਐਕਟਰਸ ਹੈਗੇ, ਜਿਹੜੇ ਲੋਕ ਰੋਟੀ ਖਾ ਰਹੇ ਆ ਥੀਏਟਰ ਦੇ ਵਿੱਚੋਂ। ਪਰ ਬਹੁਤੇ ਜਿਹੜੇ ਸਾਡੇ ਗਰੁੱਪ ਹੈਗੇ ਆ, ਮੰਡਲੀਆਂ, ਸ਼ੌਕੀਆ ਨਾਟ ਮੰਡਲੀਆਂ, ਸ਼ੌਕੀਆ ਨਾਟ ਮੰਡਲੀਆਂ ਵਾਲਿਆਂ ਦੀ ਏਦਾਂ ਦੀ ਮਸਲੇ ਨਹੀਂ ਹੈਗੇ। ਉਹ ਸ਼ੌਕ ਨਾਲ ਕਰਦੇ ਆ, ਉਹਨਾਂ ਦੀ ਰੋਟੀ ਰੋਜ਼ੀ ਦੇ ਉਹਨਾਂ ਕੋਲ ਸਾਧਨ ਹੋਰ ਹੈਗੇ ਆ। ਔਰ ਉਸ ਵਾਸਤੇ ਮੇਰੇ ਖਿਆਲ ਹੈ ਕਿ ਜਿਹੜਾ ਆਰਥਿਕ ਦਾ ਮਸਲਾ ਤੇ ਨਾਟਕ ਦੀ ਦਸ਼ਾ ਤੇ ਦਿਸ਼ਾ ਦਾ ਮਸਲਾ, ਦੋ ਅਲੱਗ-ਅਲੱਗ ਮਸਲੇ, ਇਹਨਾਂ ਨੂੰ ਇਕੱਠੇ ਕਰਕੇ ਨਹੀਂ ਵੇਖਿਆ ਜਾ ਸਕਦਾ। ਚਲੋ ਜੁੜਾਵ ਤਾਂ ਹੈਗਾ ਨਾ। ਤੇ ਜਿਹੜੇ ਸਾਡੇ ਸਾਈਡ ਵਾਈਜ਼ ਜਿਹੜੇ ਫੋਕਲੋਰ ਦੇ ਨਾਲ ਚੱਲਦੇ ਆ, ਕਿ ਗੁੱਗਾ ਹੈ, ਨਕਲ ਜਿਹੜੇ ਜੰਗਮ ਤੇ ਬਾਜ਼ੀਗਰ ਵਗੈਰਾ, ਉਹਨਾਂ ਦੀ ਪ੍ਰੋਬਲਮ ਤਾਂ ਇੰਨੀ ਨਹੀਂ ਹੋਣੀ ਹੈ, ਕਿਉਂਕਿ ਨੁੱਕੜ ਨਾਟਕ ਉਹਨਾਂ ਦੀ ਪ੍ਰੋਬਲਮ ਜ਼ਿਆਦਾ ਹੈ। ਉਹਨਾਂ ਦੀਆਂ ਪ੍ਰੋਬਲਮਸ ਬਹੁਤ ਜ਼ਿਆਦਾ ਨੇ, ਕਿਉਂਕਿ ਜਿਹੜੇ ਲੋਕ ਫੋਕ ਆਰਟਿਸਟ ਹੈਗੇ ਨੇ, ਜਿਹੜੇ ਲੋਕ ਆਰਟਿਸਟ ਹੈਗੇ, ਖਾਸ ਕਰਕੇ ਨਕਲੀਏ, ਭੰਡ ਜਿਹੜੇ ਲੋਕ ਇਹ ਨੇ, ਇਹਨਾਂ ਦਾ ਤਾਂ ਰੋਟੀ ਰੋਜ਼ੀ ਇਹ ਆ, ਇਹਨਾਂ ਦਾ ਤਾਂ ਮਸਲਾ ਹੀ ਇਹ ਆ ਕਿ ਇਹਨਾਂ ਨੇ ਤਾਂ ਰੋਟੀ ਇੱਥੋਂ ਖਾਣੀ ਆ। ਬਾਕੀ ਲੋਕ ਜਿਹੜੇ ਜੁੜੇ ਹੋਏ ਆ ਉਹ ਕੁਛ ਹੋਰ ਕਸਬ ਕਰਦੇ ਆ, ਉਹ ਨਾਟਕ ਨਾਲ ਜੁੜ ਗਏ। ਪਰ ਜਿਹੜੇ ਲੋਕ ਜਿਹੜੇ ਆਰਟਿਸਟ ਹੈਗੇ ਆ, ਫੋਕ ਕਲਾਕਾਰ ਹੈਗੇ ਆ, ਜਿਵੇਂ ਸਿੰਗਰਸ ਵੀ ਜਿਹੜੇ ਹੈਗੇ ਆ, ਉਹਨਾਂ ਦੀ ਵੀ ਮਸਲਾ ਤੇ ਹੈ ਕਿ ਜਦੋਂ ਅਖਾੜੀ ਨੇ ਲੱਗਣਗੇ, ਜਦੋਂ ਸਟੇਜਾਂ ਹੀ ਨਹੀਂ ਹੋਣਗੀਆਂ, ਤੇ ਰੋਟੀ ਦਾ ਮਸਲਾ ਤੇ ਸਭ ਲਈ ਬਣਿਆ ਹੋਇਆ। ਇਹ ਤੇ ਵਰਲਡ ਵਾਈਡ ਹੈ ਕਿ ਸਾਰੇ ਪ੍ਰੋਫੈਸ਼ਨ ਦੇ ਮਸਲੇ ਹੈਗੇ ਆ, ਉਹਦੇ ਵਿੱਚ ਨਾਟਕ ਦਾ ਵੀ ਇੱਕ ਮਸਲਾ ਹੈ। ਬਟ ਨਾਟਕ ਦੀਆਂ ਉਦਾਂ ਆਰਥਿਕਤਾ ਦੇ ਮਸਲੇ ਹੋਰ ਬੜੇ ਵੱਡੇ ਆ, ਕਿਉਂਕਿ ਨਾਟਕ ਅਜੇ ਤੱਕ ਪੰਜਾਬੀ ਦਾ ਸ਼ੌਕੀਆ ਹੀ ਹੈ। ਅਜੇ ਤੱਕ ਅਸੀਂ ਪ੍ਰੋਫੈਸ਼ਨਲ ਥੀਏਟਰ ਕਾਇਮ ਹੀ ਨਹੀਂ ਕਰ ਸਕੇ, ਕਿਉਂਕਿ ਸਾਡੇ ਪੰਜਾਬੀਆਂ ਦੇ ਸੁਭਾਅ ਵਿੱਚ ਹੈ ਨਹੀਂ ਕਿ ਅਸੀਂ ਟਿਕਟ ਲੈ ਕੇ ਨਾਟਕ ਵੇਖੀਏ। ਤਾਂ ਸਾਨੂੰ ਇਹ ਵੀ ਬੜੇ ਵੱਡੇ ਮਸਲੇ ਆ ਕਿ ਅਸੀਂ ਉਸ ਨਾਟਕ ਨੂੰ ਉਸ ਸਤ੍ਹਾ ਤੇ, ਉਸ ਪੱਧਰ ਤੇ ਅਜੇ ਤੱਕ ਨਹੀਂ ਲਿਜਾ ਸਕੇ ਕਿ ਉਹ ਅਸੀਂ ਪ੍ਰੋਫੈਸ਼ਨਲ ਥੀਏਟਰ ਵਾਂਗ ਉਹਨੂੰ ਖੜਾ ਕਰ ਸਕਦੇ। ਬਹੁਤ ਅੱਛੇ ਡਾਕਟਰ ਸਾਹਿਬ, ਤੁਸੀਂ ਬੜੀ ਵਧੀਆ ਗੱਲ ਕਹੀ। ਸੋ ਮੈਂ ਕੁਲਵਿੰਦਰ ਖਹਿਰਾ ਜੀ ਕੋਲੋਂ ਜਾਣਨਾ ਚਾਹਾਂਗਾ ਕਿ ਜਦੋਂ ਅਸੀਂ ਪ੍ਰਵਾਸ ਦੀ ਗੱਲ ਕਰਦੇ ਹਾਂ, ਵਿਦੇਸ਼ ਦੀ ਗੱਲ ਕਰਦੇ ਹਾਂ, ਤਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਹੈ ਜੀ ਉਹ ਕਿਵੇਂ ਜਿਹੜਾ ਨਾਟਕ ਹੈ ਉਹ ਜਿਹੜੀ ਸਾਰੇ ਇਸ ਦਰੋਮਦਾਰ ਨੂੰ ਦੇਖਦੇ ਹੋਏ ਉਹਦੇ ਬਾਰੇ ਥੋੜੀ ਚਾਨਣਾ ਪਾਓ ਕਿ ਇਹਦਾ ਇਤਿਹਾਸਕ ਪਿਛੋਕੜ, ਪੰਜਾਬੀ ਦਾ ਜਿਹੜਾ ਮਾਡਰਨ ਨਾਟਕ ਜਿਹੜਾ ਵਿਦੇਸ਼ਾਂ ਦੇ ਵਿੱਚ, ਕਿਉਂਕਿ ਤੁਸੀਂ ਇੰਨੇ ਲੰਬੇ ਸਮੇਂ ਤੋਂ ਇਸ ਦੇ ਨਾਲ ਜੁੜੇ ਹੋ, ਅੱਧੀ ਸਦੀ ਹੋ ਜਾਣੀ ਹੈ ਤੁਹਾਨੂੰ ਅਗਲੇ 10 ਸਾਲਾਂ ਦੇ ਵਿੱਚ। ਸੋ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਪਲੀਜ਼। ਜੀ ਮੈਂ ਥੋੜਾ ਜਿਹਾ ਇਹ ਵੀ ਐਡ ਕਰਦਾ ਕਿ ਇੱਥੇ ਆ ਕੇ ਜਿੱਥੇ ਮੈਂ ਆਪਣੇ ਪੰਜਾਬੀ ਸਾਹਿਤ ਦੇ ਨਾਲ ਜੁੜਿਆ, ਉੱਥੇ ਮੇਰੀ ਜਿਹੜੀ ਐਜੂਕੇਸ਼ਨ ਹੈ ਉਹ ਵੀ ਇੱਥੋਂ ਦੀ ਹੈ। ਔਰ ਮੈਂ ਯੂਨੀਵਰਸਿਟੀ ਆਫ ਟੋਰਾਂਟੋ ਤੋਂ ਜਿਹੜੀ BEd ਕੀਤੀ, ਜਿਹਦੇ ਵਿੱਚ ਮੇਰੇ ਮੇਜਰ ਸੋਸ਼ੀਓਲੋਜੀ ਔਰ ਇੰਗਲਿਸ਼ ਸੀ। ਦੇ ਵਿੱਚ ਮੇਰਾ ਮੇਜਰ ਜਿਹੜਾ ਸੀ ਉਹ ਡਰਾਮਾ ਸੀਗਾ।
ਇਸ ਕਰਕੇ ਕਾਫੀ ਡਰਾਮਾ ਪੜ੍ਹਨ ਦਾ ਮੌਕਾ ਮਿਲਿਆ, ਇੱਥੇ ਦੇਖਣ ਦੇ ਵੀ ਮੌਕੇ ਮਿਲਦੇ ਨੇ। ਔਰ ਪੰਜਾਬੀ ਨਾਟਕ ਜਿਹੜਾ ਮੈਨੂੰ ਲੱਗ ਰਿਹਾ ਕਿ ਕੈਨੇਡਾ ਦੇ ਵਿੱਚ ਕਾਫੀ ਜਿਹੜੀ ਉਹ ਪੈਰ ਆਪਦੇ ਫੜਦਾ ਜਾ ਰਿਹਾ ਸੀ, ਕਿਉਂਕਿ ਆਪਣੀ ਪਾਪੂਲੇਸ਼ਨ ਪੰਜਾਬੀ ਇੱਥੇ ਕਾਫੀ ਜ਼ਿਆਦਾ ਹੋ ਚੁੱਕੀ ਹੈ। ਸਾਡੇ ਟਰੰਪੋ ਦੇ ਵਿੱਚ 3-4 ਜਿਹੜੀਆਂ ਆਪਣੇ ਟੀਮਾਂ ਨੇ ਸਰਗਰਮ ਸਨ, ਹਾਂਜੀ, ਲੇਕਿਨ ਪ੍ਰੋਬਲਮ ਆਉਣ ਕਰਕੇ ਹੁਣ ਸਾਰਾ ਕੁਝ ਠੱਪ ਹੋ ਗਿਆ। ਲੇਕਿਨ ਡਾਕਟਰ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਕਿ ਇਸ ਦੇ ਨਾਲ ਸਾਨੂੰ ਨਵੇਂ ਰਸਤੇ ਵੀ ਜਿਹੜੇ ਵਿਖਾਈ ਦੇਣ ਲੱਗੇ ਨੇ, ਜਿਵੇਂ ਉਹਦੇ ਵਿੱਚ ਅਸੀਂ ਜਿਹੜਾ ਆਪਣੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਲੱਗੇ ਹਾਂ, ਜਿਵੇਂ ਪੰਜਾਬ ਦੇ ਵਿੱਚ ਕੀਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ। ਔਰ ਉਹਦੇ ਵਿੱਚ ਜਿਹੜੀ ਸਾਡੀ ਅਸਲੀ ਪੰਜਾਬੀ ਆਰਟ ਐਸੋਸੀਏਸ਼ਨ ਹੈ ਉਹ ਬੜੇ ਵੱਡੇ ਪੱਧਰ ਤੇ ਉਹਦੇ ਵਿੱਚ ਜਿਹੜਾ ਕੰਮ ਕਰ ਰਹੀ ਹੈ। ਦੂਸਰੀਆਂ ਟੀਮਾਂ ਜਿਹੜੀਆਂ ਹਾਲੇ ਭਾਵੇਂ ਸਰਗਰਮ ਨਹੀਂ ਹੋਈਆਂ, ਪਰ ਮੈਨੂੰ ਇੰਨਾ ਜ਼ਰੂਰ ਹੈ ਕਿ ਇਹਦੇ ਨਾਲ ਉਹਨਾਂ ਨੂੰ ਇੱਕ ਨਵਾਂ ਰਸਤਾ ਦਿਸ ਰਿਹਾ ਹੈ ਜਿਹਦੇ ਨਾਲ ਅਸੀਂ ਆਪਣੇ ਜਿਹੜੀ ਉਹ ਖੇਡ ਸਕਦੇ ਹਾਂ। ਦੂਸਰੀ ਗੱਲ ਜਿਹੜੀ ਡਾਕਟਰ ਸਾਹਿਬ ਸੋਲੋ ਪਲੇ ਦੀ ਕਰ ਰਹੇ ਸੀਗੇ, ਉਹ ਸੋਲੋ ਪਲੇ ਵੀ ਬੜਾ ਵਧੀਆ ਤਰੀਕੇ ਨਾਲ ਹੋ ਸਕਦਾ ਹੈ, ਕਿਉਂਕਿ ਸਾਡੇ ਇੱਥੇ ਜਸਪਾਲ ਢਿੱਲੋਂ ਨੇ ਵੀ ਉਹ ਕੋਸ਼ਿਸ਼ ਕੀਤੀ, 1-2 ਨਾਟਕ ਕੀਤੇ ਨੇ। ਲੇਕਿਨ ਇੰਡੀਆ ਦੇ ਵਿੱਚੋਂ ਜਿਹੜੀਆਂ ਟੀਮਾਂ ਸਾਡੇ ਲਈ ਜਿਹੜੇ ਰਾਹ ਦਸੇਰਾ ਬਣਦੀਆਂ ਨੇ, ਜਿਨ੍ਹਾਂ ਵਿੱਚ ਅਨੀਤਾ ਸ਼ਬਦੀਸ਼ ਹੈ, ਆਪਣੇ ਸੈਮੂਅਲ ਹੈ, ਜੌਨ ਸੈਮੂਅਲ ਹੈ, ਉਹਨਾਂ ਨੇ ਨਾਟਕ ਕੀਤੇ ਨੇ ਸੋਲੋ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੀਆਂ ਟੀਮਾਂ ਨੇ ਨਾਟਕ ਕੀਤੇ ਨੇ, ਜਿਨ੍ਹਾਂ ਤੋਂ ਸਾਨੂੰ ਲੱਗਦਾ ਹੈ ਕਿ ਇਹ ਕੰਮ ਹੋ ਸਕਦਾ ਹੈ ਪੰਜਾਬੀ ਦੇ ਵਿੱਚ ਵੀ। ਸਾਡੇ ਕੋਲੇ ਸਮਰੱਥ ਜਿਹੜੇ ਡਾਕਟਰ ਨੇ। ਲੇਕਿਨ ਕੈਨੇਡਾ ਦੇ ਵਿੱਚ ਪਹਿਲਾਂ ਤੋਂ ਹੀ ਮੁਸ਼ਕਲ ਰਹੀ ਹੈ ਕਿ ਭਾਵੇਂ ਸਾਡੇ ਨਾਟਕ, ਖੁਦ ਮੇਰੇ ਨਾਟਕ ਵੀ ਕਹੀਏ ਤੇ ਅਸੀਂ ਬਹੁਤ ਸਾਰੇ ਪਾਤਰ ਸਾਨੂੰ ਲੈਣੇ ਪੈਂਦੇ ਨੇ, ਪਰ ਹੁਣ ਇਹ ਸੋਚਿਆ ਜਾ ਰਿਹਾ ਸੀ ਪਿਛਲੇ ਕੁਝ ਇੱਕ ਸਾਲਾਂ ਤੋਂ ਕਿ ਜਿਹੜੇ ਵੱਧ ਤੋਂ ਵੱਧ ਪਾਤਰ ਨੇ ਉਹ 3-4 ਪਾਤਰ ਲੈ ਕੇ ਨਾਟਕ ਲਿਖੇ ਜਾਣ, ਜਿਹਦੇ ਵਿੱਚ ਸਾਨੂੰ ਮੁਸ਼ਕਲਾਂ ਨਾ ਆਉਣ। ਕਿਉਂਕਿ ਡਾਕਟਰ ਸਾਹਿਬ ਦੇ ਕਹਿਣ ਅਨੁਸਾਰ ਮੁਸ਼ਕਲ ਇੱਥੇ ਵੀ ਜਿਹੜੀ ਹੈ, ਸਾਡਾ ਨਾਟਕ ਸ਼ੌਕੀ ਹੈ, ਸਾਨੂੰ ਕਈ ਵਾਰੀ ਪੱਲੇ ਵੀ ਪਾਉਣੇ ਪੈਂਦੇ ਨੇ, ਰਿਹਰਸਲ ਲਈ ਟਾਈਮ ਹੈ ਜਿਹੜਾ ਉਹਨਾਂ ਲਈ ਵੀ ਸਾਨੂੰ ਕੋਈ ਖਰਚਾ ਨਹੀਂ ਮਿਲਦਾ। ਇਸ ਕਰਕੇ ਪਾਤਰ ਜਿਹੜੇ ਸਾਡੇ ਅਦਾਕਾਰ ਨੇ ਉਹਨਾਂ ਨਾਲ ਜੁੜਨਾ ਵੀ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ। ਇਸ ਲਈ ਪਹਿਲਾਂ ਤੋਂ ਹੀ ਇਹ ਗੱਲ ਚੱਲ ਰਹੀ ਸੀ ਕਿ ਥੋੜੇ ਪਾਤਰ ਲੈ ਕੇ ਨਾਟਕ ਲਿਖਿਆ ਜਾਵੇ, ਤੇ ਸ਼ਾਇਦ ਜਿਹੜਾ ਸਾਡੇ ਲੇਖਕ ਨੇ ਜਾਂ ਜਿਹੜੇ ਸਾਡੇ ਨਿਰਦੇਸ਼ਕ ਨੇ ਉਹ ਇਸ ਪਾਸੇ ਨੂੰ ਵਧਣਗੇ ਕਿ ਜੇ ਸੋਲੋ ਨਹੀਂ ਕਰ ਸਕਦੇ ਤੇ ਘੱਟੋ ਘੱਟ ਜਿਹੜੇ 2-4 ਪਾਤਰ ਲੈ ਕੇ ਹੀ ਨਾਟਕ ਖੇਡਿਆ ਜਾਵੇ। ਬਹੁਤ ਅੱਛੇ ਕੁਲਵਿੰਦਰ ਭਾਜੀ। ਔਰ ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕ ਰਹੇ ਹਾਂ, ਔਰ ਬ੍ਰੇਕ ਤੋਂ ਬਾਅਦ ਅਸੀਂ ਇਸੇ ਵਿਸ਼ੇ ਨੂੰ ਅੱਗੇ ਤੋਰਾਂਗੇ ਔਰ ਜਾਣਾਂਗੇ ਸਾਡੇ ਅੱਜ ਦੇ ਖਾਸ ਮਹਿਮਾਨਾਂ ਕੋਲੋਂ ਕਿ ਨਾਟਕ ਜਿਹੜਾ ਹੈ ਜੀ, ਇਸ ਦੀ ਪੈਟਰਨੇਜ ਦੀ ਗੱਲ ਔਰ ਨਾਟਕ ਦਾ ਜਿਹੜਾ ਫਿਊਚਰ ਹੈ, ਭਵਿੱਖ ਜਿਹੜਾ ਨਾਟਕ ਦਾ, ਇਹਦੇ ਬਾਰੇ ਗੱਲ ਕਰਾਂਗੇ। ਤੋਂ ਵਾਪਸ ਆਉਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸੋ ਤੁਸੀਂ ਵੇਖਦੇ ਰਹੋ ਅੰਤਰਮਨ ਅਤੇ ਹੈਲੋ ਕੈਨੇਡਾ ਦੀ ਇਹ ਪੇਸ਼ਕਸ਼, ਅੱਜ ਦਾ ਇੱਕ ਖਾਸ ਪ੍ਰੋਗਰਾਮ। ਹੈਲੋ ਕੈਨੇਡਾ ਟੀਵੀ ਪ੍ਰੋਗਰਾਮ ਵੇਖ ਰਹੇ ਆਪ ਸਭ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਅੱਜ ਦੀ ਇਸ ਪੇਸ਼ਕਸ਼ ਦੇ ਵਿੱਚ ਮੇਰੇ ਨਾਲ ਜਿਹੜੀ ਗੱਲਬਾਤ ਹੈ ਉਹ ਤੁਹਾਡੇ ਰੂਬਰੂ ਕਰਵਾਉਣ ਦੀ ਜ਼ਿੰਮੇਵਾਰੀ ਜਿਹੜੀ ਆ ਅੰਤਰਮਨ ਤੋਂ ਡਾਕਟਰ ਨਿਰਮਲ ਜਸਵਾਲ ਹੋਰੀ ਨਿਭਾ ਰਹੇ ਨੇ। ਸੋ ਡਾਕਟਰ ਨਿਰਮਲ ਜਸਵਾਲ ਜੀ, ਤੁਹਾਡਾ ਨਿੱਘਾ ਸਵਾਗਤ, ਵੈਲਕਮ ਬੈਕ ਟੂ ਦ ਸ਼ੋ, ਤੇ ਅੱਜ ਦੀ ਗੱਲਬਾਤ ਅੱਗੇ ਤੋਰੋ ਜੀ। ਡਾਕਟਰ ਰਵੇਲ ਜੀ, ਜਿਹੜੀ ਤੁਸੀਂ ਆਰਥਿਕਤਾ ਦੀ ਵੀ ਗੱਲ ਕੀਤੀ ਹੈ, ਤੇ ਮੈਨੂੰ ਇੱਕ ਹੋਰ ਖਦਸ਼ਾ ਜਿਹਾ ਹੋ ਰਿਹਾ ਹੈ ਕਿ ਜਿਹੜਾ ਦਸ਼ਾ ਤੇ ਦਿਸ਼ਾ ਨੂੰ ਲੈ ਕੇ ਜਿਹੜੇ ਅਸੀਂ ਨਾਟਕ ਦੀ ਗੱਲ ਕਰ ਰਹੇ ਹਾਂ, ਫੋਕਲੋਰ ਦੀ ਜਿਹੜੇ ਤੁਹਾਡਾ ਆਪਣਾ ਫੀਲਡ ਹੈਗਾ, ਉਹਦੇ ਚ ਜਿਹੜਾ ਆਰਥਿਕ ਦੇ ਤੌਰ ਤੇ ਇੱਕ ਜਦੋਂ ਸੋਲੋ ਨਾਟਕ ਆਉਂਦਾ ਹੈ ਕੋਈ ਵੀ, ਜਿੱਦਾਂ ਇੱਕ ਮੇਰਾ ਰੇਤ ਦਾ ਰਿਸ਼ਤਾ ਜਾਂ ਦੂਸਰੇ ਇੱਕ ਮੇਰੀ ਮੱਛੀਆਂ ਦਾ ਨਾਟਕ ਵੀ ਹੁਣ ਤਿਆਰ ਹੋ ਰਿਹਾ, ਤੇ ਮੈਨੂੰ ਬੜੀ ਪ੍ਰੋਬਲਮ ਹੋ ਰਹੀ ਹੈ ਦੇਖ ਕੇ ਕਿ ਜਿਹੜਾ ਨਿਰਦੇਸ਼ਕ ਹੈ ਤੇ ਇੱਕ ਜਿਹੜਾ ਇੱਕ ਆਰਟਿਸਟ ਹੈ ਉਸ ਤੇ ਇੰਨਾ ਭਾਰ ਪੈ ਰਿਹਾ, ਉਹਦੇ 3-4 ਉਹਨੇ ਇੱਕ ਆਪਣੇ ਕਿਰਦਾਰ ਜਿਹੜਾ ਨਿਭਾ ਰਿਹਾ ਹੈ, ਤੇ ਉਹਦੀ ਪ੍ਰੋਬਲਮ ਨਹੀਂ ਆਉਣੀ ਹੈ ਕਿਉਂਕਿ ਨਾਟਕ ਦੇ ਸਟੇਜ ਤੇ ਵੀ ਸਾਰਾ ਕੁਝ ਜਿਹੜਾ ਹੈਗਾ ਸਜਾਵਟ ਹੈ, ਸਾਜੋ ਸਮਾਨ ਹੈ, ਕਰਨਾ ਪੈਣਾ ਹੈ। ਤੇ ਗਾਰਗੀ ਦੇ ਟਾਈਮ ਤੁਸੀਂ ਦੱਸ ਰਹੇ ਸੀਗੇ ਕਿ ਇੱਕ ਵਾਰੀ ਕਿ ਉਹਨਾਂ ਜਿਹੜੇ ਥੀਏਟਰ ਦਿੱਲੀ ਦੇ ਥੀਏਟਰ ਹੈ ਉੱਥੇ ਟਿਕਟ ਲੈ ਕੇ ਵੀ ਇੱਕ ਹੁੰਦਾ ਸੀਗਾ ਕੰਮ, ਪਰ ਲੋਕੀ ਆਉਂਦੇ ਨਹੀਂ ਸੀਗੇ। ਅੱਜ ਕੱਲ ਮੈਨੂੰ ਲੱਗਦਾ ਹੈ ਕਿ ਬਾਹਰਲੇ ਮੁਲਕਾਂ 'ਚ ਤਾਂ ਆਪਣੇ ਖਹਿਰਾ ਸਾਹਿਬ ਨੂੰ ਪਤਾ ਹੈ ਕਿ ਜਿਹੜੇ ਟਿਕਟ ਲੈ ਕੇ ਇੱਥੇ ਵਿਕਦੀਆਂ ਟਿਕਟਾਂ ਵੀ ਨਾਟਕ ਦੇਖਣ ਆਉਂਦੇ ਆ ਤੇ ਪਰਸਨਲੀ ਵੀ ਦੇਖਣ ਆਉਂਦੇ। ਇਹ ਮੈਨੂੰ ਥੋੜਾ ਜਿਹਾ ਤੁਸੀਂ ਭਾਵੇਂ ਦੋਨੋਂ ਵਾਰੀ ਵਾਰ 2-2 ਮਿੰਟ ਮਤਲਬ ਥੋੜਾ ਦੱਸ ਸਕਦੇ ਹੋ ਕਿ ਦਿੱਲੀ ਦੀ ਅਵਸਥਾ ਤੇ ਚੰਡੀਗੜ੍ਹ ਦੀ ਅਵਸਥਾ ਕਿ ਟਿਕਟ ਉੱਥੇ ਵਿਕਦੀਆਂ ਨਹੀਂ ਹੈਗੀਆਂ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ। ਦਿੱਲੀ 'ਚ ਕੀ ਦੋ ਤਰ੍ਹਾਂ ਦੇ ਤੁਸੀਂ ਦੋ ਮਸਲੇ ਉਭਾਰੇ ਆ। ਇੱਕ ਤੇ ਮਸਲਾ ਇਹ ਹੈ ਕਿ ਸਿੰਗਲ ਐਕਟਰ ਪਲੇ ਵਿੱਚ ਬੋਝ ਪੈਂਦਾ ਡਾਇਰੈਕਟਰ ਤੇ ਵੀ ਔਰ ਅਦਾਕਾਰ ਤੇ ਵੀ, ਅਭਿਨੇਕਾਰ ਤੇ ਵੀ। ਹਾਂ, ਕੋਈ ਦੋ ਰਾਏ ਨਹੀਂ ਹੈ, ਬੋਝ ਤੇ ਪਏਗਾ ਜਦੋਂ ਇੱਕ ਐਕਟਰ 4-5 ਰੋਲ ਨਿਭਾਏਗਾ ਤੇ ਨੈਚੁਰਲ ਲੈ ਕੇ ਤੇ ਬੋਝ ਪਏਗਾ। ਪਰ ਉਹਦੇ ਵਿੱਚ ਜਿਹੜੀ ਨਾਟਕ ਦੀ ਜਿਹੜੀ ਇੱਕ ਸੁਭਾਅ ਵਿੱਚ ਫਰਕ ਪਏਗਾ ਕਿ ਜਿੱਥੇ ਨਾਟਕ ਨੂੰ ਅਸੀਂ ਕਹਿੰਦੇ ਕਿ ਨਿਰਦੇਸ਼ਕ ਦਾ ਮਾਧਿਅਮ ਹੈ, ਉੱਥੇ ਇਹ ਹੁਣ ਅਦਾਕਾਰ ਦਾ ਮਾਧਿਅਮ ਵੱਧ ਹੋਏਗਾ, ਕਿਉਂਕਿ ਅਦਾਕਾਰ ਤੇ ਵਧੇਰੇ ਵਰਸਟਾਈਲ ਐਕਟਰ ਚਾਹੀਦਾ ਸਾਨੂੰ। ਵਰਸਟਿਲਿਟੀ ਜਦੋਂ ਤੱਕ ਨਹੀਂ ਹੋਏਗੀ ਉਹ ਐਕਟਰ ਨਹੀਂ ਕੰਮ ਕਰ ਪਾਏਗਾ ਔਰ ਉਹ ਫੇਲ ਹੋ ਜਾਏਗਾ, ਨਹੀਂ ਕਰੇਗਾ ਤਾਂ ਨੈਚੁਰਲੀ ਤੇ ਪ੍ਰੈਸ਼ਰ ਰਹੇਗਾ। ਉਹਨੇ ਇੰਨੇ ਸਾਰੇ ਡਾਇਲੋਗ ਯਾਦ ਕਰਨੇ ਆ,
ਫਿਰ ਉਹਨੇ ਉਹਦੀਆਂ ਮੂਵਮੈਂਟਸ ਯਾਦ ਕਰਨੀਆਂ, ਉਹਨੇ ਬਲੌਕਿੰਗ ਯਾਦ ਕਰਨੀ, ਉਹਨੇ ਲਾਈਟਸ ਦੇ ਨਾਲ ਤੁਰਨਾ, ਉਹ ਸਭ ਕੁਛ ਹੈ, ਉਹਦੀ ਵੌਇਸ ਦੀ ਮੋਡੂਲੇਸ਼ਨ ਹੈ। ਇਹ ਬੜਾ ਮੁਸ਼ਕਲ ਕੰਮ ਹੈ, ਪਰ ਠੀਕ ਹੈ, ਜਿਹੜਾ ਮਜ਼ੇ ਹੋਏ ਐਕਟਰ ਹੈ, ਪਰ ਬੜੇ ਵਧੀਆ ਐਕਟਰ ਸਾਡੇ ਕੋਲ ਪੰਜਾਬੀ 'ਚ ਬੈਠੇ ਆ। ਬੜੀ ਪ੍ਰੋਬਲਮ ਹੈ। ਨਹੀਂ, ਕੋਈ ਪ੍ਰੋਬਲਮ ਨਹੀਂ ਹੈ ਜੀ, ਜਦੋਂ ਐਕਟਰ ਨੂੰ ਜਿਹੜਾ ਵਿੱਚ ਪੈ ਜਾਂਦਾ, ਕਿਉਂਕਿ ਤੁਸੀਂ ਦੇਖੋ ਜਦੋਂ ਐਕਟਰ ਵਿੱਚ ਪੈਂਦਾ, ਜਦੋਂ ਐਕਟਰ ਰੋਲ ਵਿੱਚ ਗੁੱਝ ਜਾਂਦਾ ਹੈ ਨਾ, ਉਸ ਵੇਲੇ ਉਹਨੂੰ ਮੁਸ਼ਕਲ ਨਹੀਂ ਆਉਂਦੀ, ਕਿਉਂਕਿ ਫਿਰ ਉਹ ਆਪ ਨਹੀਂ ਰਹਿੰਦਾ। ਜਦੋਂ ਆਪਣਾ ਥੋੜਾ ਪਰਸੋਨਾ ਖਤਮ ਕਰਕੇ ਤੁਸੀਂ ਉਸ ਪਾਤਰ ਦੇ ਵਿੱਚ ਵੜ ਜਾਂਦੇ ਹੋ, ਫਿਰ ਬਹੁਤਾ ਮੁਸ਼ਕਲ ਨਹੀਂ ਹੁੰਦੀ ਫਿਰ, ਕਿਉਂਕਿ ਜਿਹੜੀ ਹੁੰਦੀ ਹੈ ਨਾ, ਤੁਸੀਂ ਕਰ ਲੈਂਦੇ ਹੋ, ਮੋਡਰੇਟ ਕਰ ਲੈਂਦੇ ਹੋ ਆਪਣੇ ਹਿਸਾਬ ਨਾਲ। ਹਾਂਜੀ, ਉਹਨਾਂ ਦਾ ਆਪਣਾ ਜਿਹੜਾ ਕਿਰਦਾਰ ਹੈ ਉਹ ਪਾਸੇ ਰਹਿ ਜਾਂਦਾ ਤੇ ਉਹ ਖੁੱਭ ਜਾਂਦਾ। ਇੰਨੇ ਲੰਬੇ ਡਾਇਲੌਗ ਹੈ, ਸਾਡੇ ਬਬੀਤਾ ਕਪੂਰ ਨੇ ਕੀਤਾ ਸੀ, ਇੰਨੇ ਲੰਬੇ ਡਾਇਲੌਗ ਹੈ। ਮੈਂ ਕਿਹਾ ਤੁਸੀਂ ਇਹਦਾ ਯਾਦ ਕਿੱਦਾਂ ਕੀਤੇ? ਕਹਿੰਦੇ ਮੈਂ ਮੇਰੀ ਰਿਹਰਸਲ ਪਰਸਨਲ ਰਾਤ ਦਿਨ ਦੀ ਹੋਈ ਹੈ, ਤਾਂ ਮੈਂ ਯਾਦ ਕਰਕੇ ਪੇਸ਼ ਕਰ ਸਕੀ। ਖੈਰ ਨਹੀਂ, ਉਹ ਤਾਂ ਜੇ ਲੰਬੇ ਡਾਇਲੌਗ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਸੋਲੋ ਨਾਟਕ ਹੈ ਤੇ ਉਹਦੇ ਨਾਲ ਡਾਇਲੌਗ ਬਹੁਤ ਲੰਬੇ ਹੋਣਗੇ। ਇਹ ਮਸਲਾ ਨਹੀਂ ਹੈ, ਉਹ ਫਿਰ ਲਿਖਣ ਦਾ ਮਸਲਾ ਹੈ। ਨਾਟਕ ਸੋਲੋ ਨਾਟਕ ਵਿੱਚ ਜ਼ਰੂਰੀ ਨਹੀਂ ਕਿ ਡਾਇਲੌਗ ਲੰਬੇ ਹੋਣ, ਬਹੁਤ ਛੋਟੇ ਡਾਇਲੌਗਸ ਨਾਲ ਵੀ ਮੂਵਮੈਂਟਸ ਨਾਲ ਹੋ ਜਾਂਦਾ। ਕਹਾਣੀਆਂ ਤੇ ਆਧਾਰਿਤ ਵੀ ਨਾਟਕ ਕਰਦੇ ਨੇ, ਉਸ ਦਾ ਡਾਇਲੌਗ ਉਹ ਐਜ਼ ਇਟ ਇਜ਼ ਚੱਕਦੇ ਨੇ, ਐਜ਼ ਇਟ ਇਜ਼ ਨਹੀਂ ਰੱਖਣਾ ਚਾਹੀਦਾ ਨਾ ਜੀ। ਨਹੀਂ, ਜਦੋਂ ਐਜ਼ ਇਟ ਇਜ਼ ਰੱਖ ਦਿਓ, ਡਾਇਲੌਗ ਕਦੇ ਐਜ਼ ਇਟ ਇਜ਼ ਨਹੀਂ ਹੋ ਸਕਦੇ। ਡਾਇਲੌਗ ਦੇ ਵਿੱਚ ਮੂਵਮੈਂਟਸ ਹੁੰਦੀਆਂ, ਉਹਦੇ ਵਿੱਚ ਵੌਇਸ ਦੀ ਜਿਹੜੀ ਮੋਡੂਲੇਸ਼ਨ ਹੈ, ਉਹਦੇ ਨਾਲ ਤੁਸੀਂ ਬੜਾ ਫਰਕ ਪੈਂਦਾ। ਤੁਸੀਂ ਵੇਰੀਏਸ਼ਨ ਦਿੰਦੇ ਹੋ, ਉਹਦੇ ਨਾਲ ਵੈਰੀਏਟ ਕਰਦੇ ਹੋ। ਖਹਿਰਾ ਸਾਹਿਬ ਤੇ ਪਲੇ ਕਰਦੇ, ਮੈਂ ਤਾਂ ਚਲੋ ਆਪ ਨਹੀਂ ਕਰਦਾ, ਪਰ ਜਦੋਂ ਵੈਰੀਏਟ ਜਦੋਂ ਕਰਦਾ ਬੰਦਾ ਤਾਂ ਉਹ ਸੰਭਲ ਜਾਂਦਾ ਕਿ ਬਹੁਤ ਵੱਡਾ ਮਸਲਾ ਨਹੀਂ ਹੈ। ਜਿਹੜਾ ਮਸਲਾ ਹੈਗਾ ਆਰਥਿਕਤਾ ਦਾ ਨਾ, ਉਹ ਆਰਥਿਕਤਾ ਦੇ ਵਿੱਚ ਜਦੋਂ ਤੁਸੀਂ ਕਹਿੰਦੇ ਹੋ ਕਿ ਟਿਕਟਾਂ ਵਿਕਦੀਆਂ, ਟਿਕਟਾਂ ਜਦੋਂ ਅਸੀਂ ਦਿੱਲੀ 'ਚ ਮੈਂ ਸ਼ੁਰੂ ਕੀਤਾ ਸੀ ਥੀਏਟਰ ਵਿੱਚ ਕੰਮ ਕਰਨਾ, ਉਸ ਵੇਲੇ ਦਿੱਲੀ ਦਾ ਸਪਰੂਸ ਥੀਏਟਰ ਬਹੁਤ ਵੱਡੀ ਬਹੁਤ ਛਾਇਆ ਹੋਇਆ ਸੀ। ਸਪਰੂਸ ਥੀਏਟਰ ਜਿਹਦੀਆਂ ਟਿਕਟਾਂ ਵਿਕਦੀਆਂ ਵੀ ਸੀ। ਸਪਰੂਸ ਦੀਆਂ ਟਿਕਟਾਂ ਮੈਂ ਦੇਖਿਆ ਲੋਕਾਂ ਨੂੰ 200 ਬੰਦਿਆਂ ਨੂੰ ਬੈਠਕ 'ਚ ਵੀ ਖੜੇ ਵੇਖਿਆ, ਪਰ ਉਹ ਨਾਟਕ ਨਹੀਂ ਸੀ। ਜੇ ਉਹ ਜਾਂ ਤੱਕ ਜੇ ਉਹ ਨਾਟਕ ਸੀਗਾ ਫਿਰ ਤਾਂ ਮੰਨੀਏ ਉਹ ਨਾਟਕ ਸੀਗਾ ਨਹੀਂ, ਕਿਉਂਕਿ ਉਹਦੇ ਤਾਂ ਡਬਲ ਮੀਨਿੰਗਸ ਦੇ ਡਾਇਲੌਗ ਹੁੰਦੇ ਸੀ, ਵਲਗੈਰਿਟੀ ਹੁੰਦੀ ਸੀ। ਔਰ ਉਹਦੇ ਪਿਛੋਕੜ ਵਿੱਚ ਵੀ ਕਈ ਕਾਰਨ ਹੈਗੇ ਕਿ ਲੋਕ ਨਵੇਂ ਉੱਥੋਂ ਆਏ ਸੀ ਪਾਕਿਸਤਾਨ ਤੋਂ, ਇੱਥੇ ਆ ਕੇ ਬਸੇ। ਜਦੋਂ ਹੌਲੀ ਖੁਸ਼ਹਾਲੀ ਆਈ ਤੇ ਉਹਨਾਂ ਨੂੰ ਇਹੋ ਹੀ ਲੱਭਿਆ ਕਿ ਇਹੋ ਹੀ ਐਂਟਰਟੇਨਮੈਂਟ ਹੈ, ਪਰ ਉਹ ਨਾਟਕ ਨਹੀਂ ਸੀ। ਉਸ ਨਾਟਕ ਦੀ ਜਿਹੜੀ ਸਥਾਪਤੀ ਨੂੰ ਤੋੜਨ ਵਾਸਤੇ ਅਸੀਂ ਪੰਜਾਬੀ ਅਕੈਡਮੀ ਨੇ ਬਹੁਤ ਜ਼ੋਰ ਲਾਇਆ। ਅਸੀਂ ਫ੍ਰੀ ਨਾਟਕ ਦਿਖਾਏ। ਸਾਨੂੰ ਇਸ ਕਿਹਾ ਕਿ ਉਹ ਸਪਰੂਸ ਨੂੰ ਕਿਵੇਂ ਖਤਮ ਕੀਤਾ ਜਾਏ। ਉਹ ਸਪਰੂਸ ਤਾਂ ਖਤਮ ਹੋ ਗਿਆ, ਕਿਉਂਕਿ ਅਸੀਂ ਪੰਜਾਬ ਤੋਂ ਸਾਰੇ ਥੀਏਟਰ ਕਰਨ ਵਾਲੇ ਨੂੰ ਬੁਲਾਇਆ, ਜਿਹੜੇ ਪੰਜਾਬ ਦੇ ਥੀਏਟਰ ਕਰ ਰਹੇ ਸੀ। ਪਰ ਉਹਦੇ ਨਾਲ ਇਹ ਹੋਇਆ ਕਿ ਸਪਰੂਸ ਦਾ ਜਿਹੜੀ ਕਲਕ ਸਾਡੇ ਮੱਥੇ ਤੇ ਪੰਜਾਬੀ ਥੀਏਟਰ ਦੇ ਲੱਗੇ ਸੀ, ਉਹ ਤਾਂ ਖਤਮ ਕਰ ਲਈ। ਪਰ ਉਹਦਾ ਜਿਹੜਾ ਮਾੜਾ ਅਸਰ ਇਹ ਪਿਆ ਕਿ ਲੋਕਾਂ ਨੂੰ ਟਿਕਟ ਲੈ ਕੇ ਨਾਟਕ ਵੇਖਣ ਦੀ ਆਦਤ ਖਤਮ ਹੋ ਗਈ, ਕਿਉਂਕਿ ਸਰਕਾਰੀ ਤੌਰ ਤੇ ਅਸੀਂ ਫ੍ਰੀ ਦਿਖਾਈ ਜਾ ਰਹੇ ਸੀ। ਦੂਜਾ ਇਹ ਆ ਕਿ ਸਪਾਂਸਰ ਲੱਭਣ ਵਾਸਤੇ ਬੜਾ ਮੁਸ਼ਕਲ ਕੰਮ ਹੈ। ਜਿਹੜਾ ਨਿਰਦੇਸ਼ਕ ਸਪਾਂਸਰ ਲੱਭਣ ਵਿਚਾਰਾ ਜਾਏਗਾ ਤੇ ਉਹ ਆਪਣੀ ਨਾਟਕ ਦੀ ਕਲਾ ਤੇ ਕਿੰਨਾ ਕੁ ਧਿਆਨ ਦੇਗਾ, ਉਹਦੇ ਰਸਰਾਂ 'ਚ ਕਿੰਨਾ ਕੁ ਮਨ ਲੱਗੇਗਾ। ਉਹ ਵਿਚਾਰਾ ਜਾਂ ਤੇ ਪੈਸੇ ਇਕੱਠੇ ਕਰੇਗਾ ਤੇ ਜਾਂ ਉਹ ਰਿਹਰਸਲਾਂ ਕਰਵਾਏਗਾ। ਫਿਰ ਜਾਂ ਤੁਹਾਡੇ ਕੋਲ ਦੂਜਾ ਮਸਲਾ ਹੁੰਦਾ ਕਿ ਜਿਹੜਾ ਤੁਸੀਂ ਕਾਰਪੋਰੇਟ ਸੈਕਟਰ ਤੋਂ ਤੁਹਾਨੂੰ ਕਈ ਵਾਰ ਇਸ਼ਤਿਹਾਰ ਮਿਲ ਜਾਂਦੇ ਆ, ਪਰ ਉਹ ਵੀ ਹੁਣ ਇੰਨਾ ਆਸਾਨ ਕੰਮ ਨਹੀਂ ਹੈਗਾ। ਜਾਂ ਫਿਰ ਸਰਕਾਰੀ ਪੈਟਰਨੇਜ ਹੈ। ਸਰਕਾਰੀ ਪੈਟਰਨੇਜ ਦਾ ਵੀ ਮਸਲਾ ਇਹ ਆ ਕਿ ਜਿੱਦਾਂ ਦਿੱਲੀ ਦੀ ਪੰਜਾਬੀ ਅਕੈਡਮੀ ਅਸੀਂ ਤਾਂ ਬਹੁਤ ਪੈਟਰਨੇਜ ਦਿੱਤੀ ਹੈ, ਪਰ ਹੁਣ ਜਿਹੜਾ ਨਾਟਕ ਖੇਡਣਾ ਉਹ ਤਲਵਾਰ ਦੀ ਧਾਰ ਤੇ ਤੁਰਨ ਵਾਂਗ ਆ। ਕਿਉਂਕਿ ਇਸ ਵੇਲੇ ਦਿੱਲੀ ਦੇ ਵਿੱਚ ਥੀਏਟਰ ਦਾ ਕਿਰਾਇਆ 4 ਘੰਟੇ ਦਾ 1 ਲੱਖ ਰੁਪਇਆ ਕਿਰਾਇਆ ਥੀਏਟਰ ਦਾ। ਫਿਰ ਉਹਦੀ ਪ੍ਰੋਡਕਸ਼ਨ ਦੇ ਖਰਚੇ ਆ, ਉਹਦੀ ਪ੍ਰੋਪਰਟੀਜ਼ ਦੇ ਖਰਚੇ ਆ, ਕਾਸਟਿਊਮਸ ਦੇ ਖਰਚੇ ਆ। ਜਿਹੜੇ ਐਕਟਰ ਨੇ ਰਿਹਰਸਲ ਕਰਨੀ ਆ 1 ਮਹੀਨਾ, ਉਹਨਾਂ ਨੂੰ ਤੁਸੀਂ ਜਲਪਾਨ ਵੀ ਕੋਈ ਦਿਓਗੇ, ਉਹਨਾਂ ਨੂੰ ਕੁਛ ਤਾਂ ਖਵਾਓਗੇ, ਤੇ ਉਹ ਪੈਸੇ ਪੂਰੇ ਕਰਨੇ ਮੁਸ਼ਕਲ ਹੋ ਜਾਂਦੇ ਆ ਤੇ ਵਿੱਚੋਂ ਨਿਕਲਦਾ ਕੁਛ ਨਹੀਂ ਆ। ਬਿਲਕੁਲ। ਸੋ ਖਹਿਰਾ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਇਸ ਸਾਰੇ ਮਸਲੇ ਬਾਰੇ? ਸਭ ਤੋਂ ਪਹਿਲਾਂ ਤਾਂ ਜਿਹੜੀ ਉਹ ਆਪਣੇ ਸੋਲੋ ਪਲੇ ਵਾਲੀ ਗੱਲ ਚੱਲ ਰਹੀ ਸੀ, ਉਹਦੇ 'ਚ ਮੈਂ ਕਹਿਣਾ ਚਾਹੁੰਦਾ ਕਿ ਮੈਨੂੰ ਇੱਥੇ ਕੈਨੇਡਾ ਦੇ ਵਿੱਚ ਵੀ ਇੰਡੀਆ ਤੋਂ ਆਈ ਹੋਈ ਟੀਮ ਜਿਹੜੀ ਸੀ ਗੁਰਿੰਦਰ ਮਕਨਾ ਔਰ ਸੁਵਿਧਾ ਦੁੱਗਲ ਦੇ ਨਾਲ ਆਪਾਂ ਜਿਹੜਾ ਸੋਲੋ ਪਲੇ ਦੇ ਵਿੱਚ ਕੰਮ ਜਿਹੜਾ ਉਹਦੇ ਨਾਲ ਸਹਿਯੋਗ ਦੇਣ ਦਾ ਮੌਕਾ ਮਿਲਿਆ। ਇਸੇ ਤਰ੍ਹਾਂ ਮੈਂ ਰਾਣਾ ਰਣਬੀਰ ਹੁਣ ਦੇ ਨਾਟਕ ਦੀਆਂ ਲਾਈਟਾਂ ਕੀਤੀਆਂ ਸੀਗੀਆਂ। ਔਰ ਜਿਹੜੀ ਤੁਸੀਂ ਸਕ੍ਰਿਪਟ ਦੀ ਗੱਲ ਕਰ ਰਹੇ ਹੋ, ਉਹਦੇ ਵਿੱਚ ਇਹ ਮੈਂ ਦੋਨਾਂ 'ਚ ਦੇਖਿਆ ਕਿ ਕੀ ਕਰਦੇ ਨੇ ਕਿ ਉਸ ਨੂੰ ਜਨਰਲਾਈਜ਼ ਕਰ ਲੈਂਦੇ ਨੇ ਸਕ੍ਰਿਪਟ ਨੂੰ। ਹਾਂਜੀ, ਉਸ ਦੇ ਡਾਇਲੌਗ ਜਿਹੜੇ ਨੇ ਇਹਨਾਂ ਨੂੰ ਪਤਾ ਹੁੰਦਾ ਕਿ ਸਾਡੀ ਸਟੋਰੀ ਕਿੱਥੋਂ ਤੁਰ ਕੇ ਕਿੱਧਰ ਜਾ ਰਹੀ ਹੈ, ਤੇ ਜ਼ਰੂਰੀ ਨਹੀਂ ਹੁੰਦਾ ਕਿ ਇਹਨਾਂ ਨੇ ਲਾਈਨ ਬਾਈ ਲਾਈਨ ਜਿਹੜਾ ਉਹਨੂੰ ਸਕ੍ਰਿਪਟ ਨੂੰ ਫੋਲੋ ਕਰਨਾ ਹੈ। ਉਹਦੇ ਵਿੱਚ ਜਿਹੜਾ ਇੰਪਰੋਵਾਈਜ਼ ਕਰਦੇ ਨੇ, ਉਹਨੂੰ ਉਹਦੇ ਨਾਲ ਜਿਹੜਾ ਡਾਇਲੌਗ ਆਪਣੇ ਤਿਆਰ ਕਰਕੇ ਉਸਨੂੰ ਮੋਡੀਫਾਈ ਕਰ ਲੈਂਦੇ ਨੇ। ਔਰ ਜਿਹੜਾ ਉਹਨਾਂ ਦਾ ਕੰਟੈਂਟ ਹੁੰਦਾ, ਜਿਹੜਾ ਉਹਨਾਂ ਦਾ ਵਿਸ਼ਾ ਹੁੰਦਾ ਹੈ, ਉਹਦੇ ਉੱਤੇ ਕੇਂਦਰਿਤ ਰਹਿੰਦੇ ਨੇ। ਲੇਕਿਨ ਉਹ ਡਾਇਲੌਗ ਜ਼ਰੂਰੀ ਨਹੀਂ ਕਿ ਉਹਨਾਂ ਨੇ ਉਹੀ ਬੋਲਣੇ ਹੁੰਦੇ ਨੇ ਜਿਹੜੇ ਲਿਖੇ ਨੇ। ਇਸ ਨਾਲ ਜਿਹੜਾ ਉਹਨਾਂ ਦਾ ਜਿਹੜੀ ਬੋਝ ਦੀ ਗੱਲ ਹੈ
ਉਹ ਥੋੜੀ ਜਿਹੀ ਟਲ ਜਾਂਦੀ ਹੈ। ਤੇ ਬਾਕੀ ਜਿਹੜਾ ਆਪਣੇ ਉਹਨਾਂ ਦੇ ਕਰੈਕਟਰ ਬਦਲਣ ਵਾਲੀ ਗੱਲ ਹੈ, ਉਹ ਤੇ ਉਹਨਾਂ ਦੀ ਇਹੋ ਤੇ ਕਮਾਲ ਹੈ ਉਹਨਾਂ ਦੀ ਐਕਟਰ, ਇਸੇ ਕਰਕੇ ਕਿਹਾ ਜਾਂਦਾ ਹੈ ਕਿ ਉਹ ਉਹਦੇ ਵਿੱਚ ਮਾਹਰ ਹੁੰਦੇ ਨੇ ਕਿ ਆਪਣਾ ਉਹਨਾਂ ਨੇ ਰੂਪ ਔਰ ਆਪਣੀ ਜਿਹੜੀ ਟੋਨ ਹੈ ਉਹ ਕਿਵੇਂ ਉਸ ਨੂੰ ਬਦਲਣਾ ਹੈ। ਔਰ ਦੂਸਰੇ ਪਾਸੇ ਜਿਹੜੀ ਆਰਥਿਕ ਦੀ ਆਪਾਂ ਜਿਹੜੀ ਗੱਲ ਕਰੀਏ ਤੇ ਉਹ ਇੱਥੇ ਮਸਲਾ ਤਾਂ ਹੈ, ਕਿਉਂਕਿ ਸਾਡੇ ਜਿਹੜਾ ਡਾਇਰੈਕਟਰ ਹੈ ਉਹ ਆਪੇ ਡਾਇਰੈਕਟਰ ਹੈ, ਆਪੇ ਉਹ ਜਿਹੜਾ ਉਸ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਆਪੇ ਉਸਨੇ ਜਿਹੜੇ ਫੰਡ ਇਕੱਠੇ ਕਰਨੇ ਨੇ, ਉਹਨੇ ਚਾਹ ਪਾਣੀ ਦਾ ਪ੍ਰਬੰਧ ਕਰਨਾ ਹੈ ਰਸਲਾਂ ਦੌਰਾਨ। ਲੇਕਿਨ ਸਾਡੀ ਖੁਸ਼ਕਿਸਮਤੀ ਹੈ ਕਿ ਇੱਕ ਤਾਂ ਸਾਡੀਆਂ ਇੱਥੇ ਟਿਕਟਾਂ ਵਿਕ ਜਾਂਦੀਆਂ ਨੇ ਨਾਟਕ ਦੀਆਂ, ਹਾਂਜੀ, ਭਾਵੇਂ ਅਸੀਂ ਉਹ ਧੱਕੇ ਨਾਲ ਵੇਚਣੀਆਂ ਪੈਂਦੀਆਂ ਨੇ। ਦੂਸਰਾ, ਸਾਨੂੰ ਸਪਾਂਸਰਸ਼ਿਪ ਦੇ ਵਿੱਚ ਮੁਸ਼ਕਲ ਨਹੀਂ ਆਉਂਦੀ, ਹਾਂਜੀ, ਕਿਉਂਕਿ ਸਾਡੇ ਬਿਜ਼ਨਸ ਅਦਾਰੇ ਕਾਫੀ ਨੇ ਇੱਥੇ, ਉਹ ਸਾਨੂੰ ਸਪਾਂਸਰਸ਼ਿਪ ਮਿਲ ਜਾਂਦੀ ਹੈ। ਤੇ ਇਸ ਲਈ ਸਾਡੇ ਜਿਹੜੇ ਨਾਟਕਕਾਰ ਨੇ ਉਹਨਾਂ ਦੇ ਖਰਚੇ ਤਕਰੀਬਨ ਜਿਹੜੇ ਆ ਉਹ ਪੂਰੇ ਹੋ ਜਾਂਦੇ ਨੇ। ਸਾਨੂੰ ਉਸ 'ਚ ਬਹੁਤੇ ਜ਼ਿਆਦਾ ਪੈਸੇ ਨਹੀਂ ਪਾਉਣੇ ਪੈਂਦੇ, ਪਹਿਲਾਂ ਪਾਉਣੇ ਪੈਂਦੇ ਸੀ, ਲੇਕਿਨ ਹੁਣ ਸਾਡੇ ਜੇ ਤੁਹਾਡਾ ਅਸਰ ਸੁਖ ਬਣਿਆ ਹੈ ਡਾਇਰੈਕਟਰ ਦਾ ਤੇ ਉਹ ਸਾਨੂੰ ਮੁਸ਼ਕਲ ਅੱਜ ਕੱਲ੍ਹ ਨਹੀਂ ਆਉਂਦੀ। ਔਰ ਦੂਜੇ ਪਾਸੇ ਮੈਂ ਇਹ ਵੀ ਗੱਲ ਕਰਨੀ ਚਾਹਾਂਗਾ ਕਿ ਜਦੋਂ ਰਾਣਾ ਰਣਬੀਰ ਦਾ ਸ਼ੋਅ ਹੋਇਆ ਜਾਂ ਜਦੋਂ ਗੁਰਿੰਦਰ ਮਕਨਾ ਹੋਣਾ ਦੀ ਜਾਂ ਸੈਮੂਅਲ ਜੌਨਸਨ ਆਏ ਸੀ ਉੱਥੇ, ਉਹਨਾਂ ਦੇ ਸ਼ੋਅ ਹੋਏ ਨੇ, ਤੇ ਸਾਡਾ ਰਣਬੀਰ ਵੇਲੇ ਖਾਸ ਕਰਕੇ ਜਿਹੜਾ ਸੀਗਾ 850 ਦਾ ਸਾਡਾ ਰੋਜ਼ ਥੀਏਟਰ ਹੈ ਬਰੈਂਪਟਨ ਦਾ, ਜਿਹੜਾ ਸਭ ਤੋਂ ਵੱਡਾ ਮਾਡਰਨ ਥੀਏਟਰ ਹੈ, ਤੇ ਉਹ ਸੋਲਡ ਆਊਟ ਸੀਗਾ। ਔਰ ਉਹਦੇ ਵਿੱਚ ਜਿਹੜਾ ਸੀ ਲੋਕਾਂ ਨੂੰ ਵਾਪਸ ਜਾਣਾ ਪਿਆ ਸੀ ਟਿਕਟਾਂ ਤੋਂ। ਇਸ ਤੇ ਡਿਪੈਂਡ ਕਰਦਾ ਹੈ ਕਿ ਤੁਹਾਡਾ ਜਿਹੜਾ ਕਲਾਕਾਰ ਹੈ, ਤੁਹਾਡਾ ਅਦਾਕਾਰ ਹੈ, ਉਹ ਕੌਣ ਹੈ, ਕਿਹੜਾ ਸ਼ੋਅ ਲੈ ਕੇ ਆ ਰਿਹਾ, ਤੇ ਉਹਦੇ ਨਾਲ ਜਿਹੜਾ ਮੇਰਾ ਖਿਆਲ ਜਿਹੜੀ ਆਡੀਅנס ਹੈ ਸਾਡੀ ਉਹਨੂੰ ਰਿਸਪੌਂਸ ਜਿਹੜਾ ਦਿੰਦੀ ਹੈ। ਨਹੀਂ ਸਰ, ਇੱਥੇ ਨਾ ਮਤਲਬ ਜਿਹੜਾ ਤੁਹਾਡੇ ਕੈਨੇਡਾ ਦੀ ਗੱਲ ਕਰ ਰਹੇ ਆ, ਇੱਥੇ ਇੱਕ ਤਾਂ ਪਰਸਨਲੀ ਵੀ ਬੜੇ ਅਪਰੋਚ ਕਰਨ ਦੀ ਐਡਵਰਟਾਈਜ਼ਮੈਂਟ ਵੀ ਬਹੁਤ ਲੋੜ ਹੁੰਦੀ ਹੈ, ਤੇ ਪਰਸਨਲ ਜਾ ਕੇ ਮੈਂ ਦੇਖਿਆ ਕਿ ਮੈਨੂੰ ਘੱਟੋ ਘੱਟ ਬਹੁਤ ਜ਼ਿਆਦਾ ਮਤਲਬ ਪੁੱਛਿਆ ਗਿਆ ਸੀ ਤੁਸੀਂ ਆਓ ਪਲੀਜ਼ ਟਿਕਟ ਖਰੀਦੋ। ਇਹ ਵੀ ਇੱਕ ਪ੍ਰੋਪੇਗੈਂਡਾ ਕਹਿ ਲਓ ਜਾਂ ਆਪਣਾ ਐਡਵਰਟਾਈਜ਼ਮੈਂਟ ਕਰ ਲਓ ਜਾਂ ਆਪਣੀ ਐਫਰਟ ਸਮਝ ਲਓ, ਇਹ ਬਹੁਤ ਜ਼ਰੂਰੀ ਹੈ। ਸਾਡੇ ਚੰਡੀਗੜ੍ਹ 'ਚ, ਦਿੱਲੀ ਦੀ ਤਾਂ ਗੱਲ ਦੱਸੀ ਇਹਨਾਂ ਨੇ, ਚੰਡੀਗੜ੍ਹ 'ਚ ਵੀ ਏਦਾਂ ਹੈ ਕਿ ਸੰਗੀਤਾ ਨੇ ਆਪਣਾ ਨਾਟਕ ਕੀਤਾ ਸੀ ਤੇ ਸਾਡੇ ਵਿਜੇ ਕਪੂਰ ਨੇ ਵੀ ਨਾਟਕ ਕੀਤਾ ਸੀ ਰੇਦਰ, ਉਸ ਤੇ ਵੀ ਉਹਨਾਂ ਨੇ ਕਿਹਾ ਫ੍ਰੀ ਸਾਨੂੰ ਦਿਓ। ਗਵਰਨਮੈਂਟ ਨੇ ਬੜੀ ਮਦਦ ਕੀਤੀ, ਤੇ ਇੱਥੇ ਗਵਰਨਮੈਂਟ ਵੀ ਤੁਹਾਡੀ ਬਿਜ਼ਨਸਮੈਨ ਮਦਦ ਕਰਦੇ ਆ, ਗਵਰਨਮੈਂਟ ਹੈ ਮਦਦ ਕਰਦੀ ਹੈ, ਮੈਨੂੰ ਨਹੀਂ ਪਤਾ, ਪਰ ਉੱਥੇ ਦਿੱਲੀ ਵੀ ਆ ਚੰਡੀਗੜ੍ਹ ਵੀ, ਤੇ ਗਵਰਨਮੈਂਟ ਦਾ ਥੋੜੀ ਬਹੁਤੀ ਮਦਦ ਕਰਦੀ ਹੈ, ਸਪਾਂਸਰ ਦਿੰਦੀ ਹੈ ਤਾਂ ਚੱਲਦੇ ਨੇ। ਪਰ ਇਹਦੇ 'ਚ ਇੱਕ ਮਸਲਾ ਜਿਹੜਾ ਹੈ ਨਾ ਕਿ ਐਡਵਰਟਾਈਜ਼ ਦੀ ਘਾਟ ਨਹੀਂ ਹੋਣੀ ਚਾਹੀਦੀ, ਥਾਂ ਥਾਂ ਤੇ ਪਹੁੰਚਾਉਣੀ ਚਾਹੀਦੀ ਹੈ, ਤੇ ਲੋਕਾਂ ਨੂੰ ਉਕਸਾਹਟ ਜ਼ਰੂਰ ਕਰਨੀ ਚਾਹੀਦੀ ਕਿ ਦੇਖੋ ਨਾਟਕ ਕੀ ਹੈ, ਸਾਡੇ ਸਮਾਜ ਪ੍ਰਤੀ ਹੈ, ਸਾਡੇ ਆਪਣੇ ਪ੍ਰਤੀ ਹੈ, ਉਹਦਾ ਮੁਲਾਂਕਣ ਜ਼ਰੂਰੀ ਹੈ। ਤੇ ਇਹ ਐਫਰਟਸ ਜਿਹੜੀ ਕੈਨੇਡਾ ਚੱਲਦੀ ਹੈ ਉਹ ਬਹੁਤ ਜ਼ਬਰਦਸਤ ਹੁੰਦੀ ਹੈ ਜੀ। ਉਹਦੇ ਵਿੱਚ ਗੱਲ ਐਡ ਕਰਨੀ ਚਾਹਾਂਗਾ ਕਿ ਸਾਨੂੰ ਇੱਥੇ ਸਰਕਾਰ ਜਿਹੜੀਆਂ ਤਿੰਨਾਂ ਲੈਵਲ ਦੀ ਸਰਕਾਰ ਹੈ ਉਹਦੇ ਉੱਤੋਂ ਗ੍ਰਾਂਟਾਂ ਦੀ ਜਿਹੜੀ ਸਹੂਲਤ ਹੈ, ਲੇਕਿਨ ਉਹਨਾਂ ਨੂੰ ਪ੍ਰਾਪਤ ਕਰਨ ਲਈ ਜਿਹੜਾ ਸਾਨੂੰ ਬੜਾ ਕੁਝ ਉਹਦੇ ਵਿੱਚ ਸ਼ੋਅ ਕਰਨਾ ਪੈਂਦਾ ਕਿ ਉਹਦੇ ਵਿੱਚ, ਇਸ ਕਰਕੇ ਥੋੜੀ ਮੁਸ਼ਕਲ ਆਉਂਦੀ ਹੈ। ਲੇਕਿਨ ਤਿੰਨ ਹੀ ਲੈਵਲ ਤੇ ਜੇ ਅਸੀਂ ਚਾਹੀਏ ਤੇ ਅਸੀਂ ਨੈਸ਼ਨਲ ਲੈਵਲ ਉੱਤੇ ਆਪਣਾ ਡਰਾਮਾ ਲਿਜਾ ਕੇ ਪੇਸ਼ ਕਰ ਸਕਦੇ ਹਾਂ, ਲੇਕਿਨ ਉਸ ਲਈ ਸਾਨੂੰ ਸਾਬਤ ਕਰਨਾ ਪਵੇਗਾ ਗਵਰਨਮੈਂਟ ਨੂੰ ਕਿ ਸਾਡਾ ਇੰਨਾ ਖਰਚਾ ਹੈ, ਅਸੀਂ ਆਹ ਟੀਮ ਦਾ ਖਰਚਾ ਕਰ ਰਹੇ ਹਾਂ, ਅਸੀਂ ਵਾਕਿਆ ਹੀ ਉਹ ਕੰਮ ਕਰ ਰਹੇ ਹਾਂ। ਇਹ ਨਹੀਂ ਕਿ ਪੈਸੇ ਲੈ ਕੇ ਜੇਬ 'ਚ ਪਾ ਕੇ ਤੇ ਅਸੀਂ ਛੋਟਾ ਮੋਟਾ ਨਾਟਕ ਕਰਕੇ ਬਿਲਕੁਲ। ਸੋ ਅੱਜ ਦੇ ਪ੍ਰੋਗਰਾਮ ਦੇ ਹੁਣ ਆਪਾਂ ਆਖਰੀ ਪੜਾਅ ਦੇ ਵਿੱਚ ਪਹੁੰਚ ਗਏ ਹਾਂ, ਔਰ ਮੈਂ ਦੋਹਾਂ ਸਾਡੇ ਮਹਿਮਾਨਾਂ ਤੋਂ ਜਾਣਕਾਰੀ ਚਾਹਾਂਗਾ ਕਿ ਇਹ ਤਾਂ ਹੋ ਗਈ ਅੱਜ ਤੱਕ ਦੇ ਸਫ਼ਰ ਦੀ ਗੱਲ, ਵਿਦੇਸ਼ ਦੇ ਵਿੱਚ ਵੀ ਤੇ ਜਿਹੜਾ ਹੈ ਭਾਰਤ ਦੇ ਵਿੱਚ ਵੀ। ਹੁਣ ਗੱਲ ਆਉਂਦੀ ਹੈ ਭਵਿੱਖ ਦੀ ਗੱਲ। ਬੜੇ ਜਿਹੜੇ ਹਨ ਜੀ ਖਦਸ਼ੇ ਨੇ, ਬੜੇ ਤੌਖਲੇ ਵੀ ਨੇ, ਬੜੀਆਂ ਚਿੰਤਾਵਾਂ ਵੀ ਨੇ। ਹਰ ਵਿਧਾ ਜਿਹੜੀ ਹੈ ਸਾਹਿਤ ਦੀ, ਉਹਦੇ ਵਿੱਚ ਜਿੱਥੇ ਪ੍ਰਯੋਗ ਹੋ ਰਹੇ ਨੇ ਉੱਥੇ ਵੱਖੋ ਵੱਖਰੇ, ਜਿਵੇਂ ਡਾਕਟਰ ਸਾਹਿਬ ਨੇ ਹੋਰਾਈਜ਼ਨਸ ਦੇ ਸਦੇ ਲੱਭਣ ਦੀ ਗੱਲ ਕੀਤੀ ਸੀ, ਉਹ ਹੋ ਰਿਹਾ। ਟੈਕਨੋਲੋਜੀ ਵਿੱਚ ਇਨਵੋਲਵ ਹੋ ਗਈ ਹੈ, ਪੈਂਡੇਮਿਕ ਔਰ ਅਜਿਹੇ ਹਾਲਾਤ ਜਿਹੜੇ ਨੇ, ਉਹ ਸਾਰਾ ਕੁਝ ਜਦੋਂ ਰਲ ਗੱਡ ਹੋ ਜਾਂਦਾ ਤਾਂ ਉਹਦੇ ਵਿੱਚੋਂ ਇੱਕ ਜਿਹੜਾ ਹੈ ਅੱਗੇ ਵਧਣ ਦੀ ਗੱਲ, ਭਵਿੱਖ ਦੇ ਵਿੱਚ ਜੇ ਰੋਸ਼ਨਾਈ ਦੀ ਗੱਲ ਕਰਦੇ ਹਾਂ ਤਾਂ ਡਾਕਟਰ ਸਾਹਿਬ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਪੰਜਾਬੀ ਨਾਟਕ ਦਾ ਜਿਹੜਾ ਹੁਣ ਤੱਕ ਦਾ ਸਫ਼ਰ ਤੇ ਜਿਹੜਾ ਤੁਸੀਂ ਦੱਸ ਦਿੱਤਾ, ਤੇ ਭਵਿੱਖ ਦੇ ਵਿੱਚ ਇਹਦੇ ਤੁਸੀਂ ਕੁਝ ਨਾਟਕਕਾਰਾਂ ਦੇ ਨਾਂ ਲਏ ਜਿਹੜੇ ਬੜਾ ਅੱਛਾ ਲਿਖ ਰਹੇ ਨੇ, ਅਦਾਕਾਰ ਬੜੇ ਅੱਛੇ ਸਾਡੇ ਜਿਹੜੇ ਕੋਲ ਹਨ। ਸੋ ਫਿਊਚਰ ਜਿਹੜਾ ਭਵਿੱਖ ਪੰਜਾਬੀ ਨਾਟਕ ਦਾ ਕਿਵੇਂ ਹੈ ਜੀ? ਮੈਂ ਤੇ ਬਹੁਤ ਆਸਵਦ ਹੈ ਜੀ, ਕਿਉਂਕਿ ਥੀਏਟਰ ਇੱਕ ਇਸ ਤਰ੍ਹਾਂ ਦਾ ਮਾਧਿਅਮ ਹੈ ਕਿ ਇਹਦੇ ਤੋਂ ਬਿਨਾਂ ਵੀ ਸਾਡਾ ਗੁਜ਼ਾਰਾ ਨਹੀਂ ਹੈ। ਕਿਉਂਕਿ ਜਿੰਨੀਆਂ ਸਾਡੀਆਂ ਮਾਸ ਮੂਵਮੈਂਟਸ ਹੈਗੀਆਂ, ਜੇ ਇਪਟਾ ਦੀ ਗੱਲ ਕਰੀਏ ਤੇ ਸੰਨ 47 ਤੋਂ ਪਹਿਲਾਂ ਇਪਟਾ ਆਇਆ, ਉਸ ਤੋਂ ਬਾਅਦ ਨੈਕਸਲਾਈਟ ਮੂਵਮੈਂਟ ਵੇਲੇ ਇਪਟਾ ਦਾ ਬਹੁਤ ਵੱਡਾ ਰੋਲ ਆ। ਜੋਗਿੰਦਰ ਬਾਰਲਾ, ਤੇਰਾ ਸਿੰਘ ਚੰਨ ਵਗੈਰਾ ਦੀ ਜਦੋਂ, ਜਾਂ ਜਗਦੀਸ਼ ਫਰਿਆਦੀ ਨੇ ਜਿਹੜੇ ਪਲੇਸ ਕੀਤੇ। ਔਰ ਹੁਣ ਵੀ ਤੁਸੀਂ ਦੇਖੋਗੇ ਜਿਹੜਾ ਮਜ਼ਦੂਰ ਕਿਸਾਨ ਜਿਹੜੀਆਂ ਬਹੁਤ ਵੱਡਾ ਐਜੀਟੇਸ਼ਨ ਪੰਜਾਬ 'ਚ ਅੰਦੋਲਨ ਏਡਾ ਵੱਡਾ ਚੱਲ ਰਿਹਾ, ਉਹਨਾਂ ਅੰਦੋਲਨਾਂ ਵਿੱਚ ਵੀ ਨਾਟਕਕਾਰ ਆਪਣਾ ਕਿੱਡਾ ਵੱਡਾ ਰੋਲ ਨਿਭਾ ਰਿਹਾ, ਨਿਰਦੇਸ਼ਕ ਕਿੱਡਾ ਵੱਡਾ ਰੋਲ ਨਿਭਾ ਰਿਹਾ। ਹਰ ਜਿੱਥੇ ਵੱਡੇ ਇਕੱਠ ਹੋ ਰਹੇ ਆ ਉੱਥੇ ਨਾਲ ਦਿਨ ਵਿੱਚ 1-2 ਨਾਟਕ ਵੀ ਹੋ ਰਹੇ ਆ, ਕਿਉਂਕਿ ਲੋਕਾਂ ਨੂੰ ਉਹਨਾਂ ਦੇ ਹੱਕਾਂ ਲਈ ਜਾਗਰੂਕ ਕਰਨ ਵਾਸਤੇ
ਨਾਟਕ ਦਾ ਬਹੁਤ ਵੱਡਾ ਰੋਲ ਹੈ। ਖਾਸ ਕਰਕੇ ਤੁਸੀਂ 84 ਦਾ ਜਿਹੜਾ ਸਮਾਂ ਆ, ਪੰਜਾਬ ਸੰਕਟ ਦਾ ਸਮਾਂ ਜਿਹਨੂੰ ਅਸੀਂ ਕਹਿੰਦੇ ਹਾਂ, ਕਿ 80 ਤੋਂ ਲੈ ਕੇ 92 ਤੱਕ ਦਾ ਸਮਾਂ, ਉਹਦੇ ਵਿੱਚ ਗੁਰਸ਼ਰਨ ਭਾਜੀ ਦਾ ਜੋ ਰੋਲ ਹੈ, ਜਦੋਂ 5 ਵਜੇ ਸੂਰਜ ਮਿਟ ਜਾਂਦਾ ਸੀ, ਰਾਤ ਪੈ ਜਾਂਦੀ ਸੀ, ਲੋਕ ਬਾਹਰ ਨਹੀਂ ਸੀ ਨਿਕਲਦੇ, ਉਸ ਵੇਲੇ ਵੀ ਗੁਰਸ਼ਰਨ ਭਾਜੀ ਜਾ ਕੇ ਪਿੰਡਾਂ ਵਿੱਚ ਥੀਏਟਰ ਕਰ ਰਹੇ ਸੀ ਜਾਂ ਉਹਨਾਂ ਦੇ ਹੋਰ ਸਾਥੀ ਕਰ ਰਹੇ ਸੀ। ਸੋ ਇੱਕ ਥੀਏਟਰ ਜਿਹੜਾ ਇਸ ਤਰ੍ਹਾਂ ਦਾ ਮਾਧਿਅਮ ਹੈ ਜਿਹਨੇ ਲੋਕ ਲਹਿਰਾਂ ਨੂੰ ਖੜੇ ਕਰਨ ਵਿੱਚ, ਲੋਕ ਲਹਿਰਾਂ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਵੱਡਾ ਰੋਲ ਨਿਭਾਇਆ। ਔਰ ਜਿਹੜਾ ਮਨੁੱਖ ਦਾ ਇਤਿਹਾਸ ਇੱਦਾਂ ਦਾ ਕਿ ਇੱਥੇ ਸੰਕਟ ਆਉਂਦੇ ਰਹਿਣੇ ਆ, ਉਹਨਾਂ ਸੰਕਟਾਂ ਦੇ ਵਿੱਚ ਜਦੋਂ ਤੱਕ ਸਾਡੇ ਕੋਲ ਥੀਏਟਰ ਹੈ ਚੰਗਾ, ਸਾਡੇ ਕੋਲ ਚੰਗੇ ਐਕਟਰਸ ਨੇ, ਸਾਡੇ ਕੋਲ ਚੰਗੇ ਡਾਇਰੈਕਟਰਸ ਨੇ, ਸਾਡੇ ਕੋਲ ਚੰਗੇ ਨਾਟਕਕਾਰ ਨੇ, ਜਦੋਂ ਤੱਕ ਉਹ ਲੋਕਾਈ ਦੀ ਬਾਂਹ ਫੜਦੇ ਰਹਿਣਗੇ, ਤਦ ਤੱਕ ਸਾਡੇ ਜਿਹੜੇ ਵੀ ਅੰਦੋਲਨ ਆਉਣਗੇ ਜਾਂ ਜਿਹੜੀਆਂ ਵੀ ਕੁਛ ਇਸ ਤਰ੍ਹਾਂ ਦੀਆਂ ਹਵਾਵਾਂ ਚੱਲਣਗੀਆਂ, ਉਹਨਾਂ ਹਵਾਵਾਂ ਵਿੱਚ ਨਾਟਕਕਾਰ, ਨਿਰਦੇਸ਼ਕ, ਨਾਟਕ ਸਾਡਾ ਰੰਗਮੰਚ, ਸਾਡਾ ਰਾਹ ਦਸੇਰਾ ਬਣਦਾ ਰਿਹਾ ਔਰ ਬਣਦਾ ਰਹੇਗਾ। ਔਰ ਜਿੱਥੋਂ ਤੱਕ ਸਵਾਲ ਹੈ ਕਿ ਹਾਂਜੀ, ਕਿ ਜਿਹੜਾ ਵਿਜ਼ੂਅਲ ਮੀਡੀਅਮ ਹੋਰ ਆ ਗਏ, ਬਹੁਤ ਸਾਰੇ TV ਆ ਗਿਆ, ਜਿਹੜਾ ਫਿਲਮਾਂ ਆ ਗਈਆਂ, ਉਹਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਕੋਈ ਨਾਟਕ ਵਾਸਤੇ ਖਤਰਾ ਪੈਦਾ ਹੋਵੇਗਾ। ਥੋੜੀ ਦੇਰ ਵਾਸਤੇ ਲੱਗਦਾ ਹੁੰਦਾ ਹੈ ਕਿ ਜਦੋਂ ਰੇਡੀਓ ਐਸੀ ਕਰ ਸੀ, ਅਖਬਾਰਾਂ ਮੁੱਕ ਜਾਣਗੀਆਂ ਤੇ ਨਹੀਂ ਮੁੱਕੀਆਂ, TV ਆਇਆ ਤੇ ਰੇਡੀਓ ਮੁੱਕ ਜਾਏਗਾ, ਨਹੀਂ ਮੁੱਕਿਆ, ਥੋੜੀ ਦੇਰ ਲਈ ਫਰਕ ਪੈਂਦਾ, ਮੁੜ ਕੇ ਲੋਕਾਂ ਨੂੰ ਫਿਰ ਲੱਗਦਾ ਹੈ ਕਿ ਇਹ ਮਾਧਿਅਮ ਚੰਗਾ ਸੀ। ਕਿਉਂਕਿ ਜਿਹੜੀ ਪਲਸ ਹੈ, ਨਬਜ਼ ਪਕੜਨ ਦੀ ਗੱਲ ਹੈ, ਉਹ ਐਕਟਰ ਜਦੋਂ ਤੁਹਾਡੇ ਸਾਹਮਣੇ ਦਰਸ਼ਕ ਦੇ ਐਕਟ ਕਰ ਰਿਹਾ, ਅੱਖ 'ਚ ਅੱਖ ਪਾ ਕੇ ਗੱਲ ਕਰ ਰਿਹਾ, ਉਹ ਨਬਜ਼ ਫੜਦਾ ਹੈ, ਉਹਦੇ ਨਾਲ ਲੋਕ ਜੁੜਦੇ ਆ, ਉਹਦੇ ਨਾਲ ਅੰਦੋਲਨ ਵੀ ਜਿਹੜੇ ਆ ਮਜ਼ਬੂਤ ਹੁੰਦੇ ਆ। ਫਿਲਮਾਂ ਜਿਹੜੀਆਂ ਹੋਰ ਲੈਵਲ ਤੇ ਕੰਮ ਕਰਦੀਆਂ, ਫਿਲਮਾਂ ਉਸ ਲੈਵਲ ਤੇ ਜਿਹੜੇ ਮਾਸਟਰਸ ਲੈਵਲ ਤੇ ਕੰਮ ਨਹੀਂ ਕਰਦੀਆਂ, ਜਿਸ ਲੈਵਲ ਤੇ ਲੋਕਾਂ ਦੇ ਅੰਦੋਲਨਾਂ ਵਿੱਚ ਜਿਵੇਂ ਰੰਗਮੰਚ ਉਹਨਾਂ ਦੇ ਨਾਲ ਖੜਾ ਹੋ ਸਕਦਾ। ਸੋ ਆਈ ਐਮ ਵੈਰੀ ਹੋਪਫੁਲ ਕਿ ਸਾਡੇ ਪੰਜਾਬੀ ਰੰਗਮੰਚ ਦਾ ਭਵਿੱਖ ਉਜਲ ਹੋਏਗਾ, ਚੰਗਾ ਹੋਏਗਾ। ਬਿਲਕੁਲ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕਿ ਜੇ ਆਪਾਂ ਪੰਜਾਬ ਦੇ ਵਿੱਚ ਵੀ ਦੇਖੀਏ ਤੇ ਇਸ ਵੇਲੇ ਜੋ ਅੰਦੋਲਨ ਚੱਲ ਰਿਹਾ, ਉਹਦੇ ਵਿੱਚ ਵੱਖ-ਵੱਖ ਟੀਮਾਂ ਜਿਹੜੀਆਂ ਜਾ ਕੇ ਰੋਜ਼ ਨਾਟਕ ਕਰਦੀਆਂ ਨੇ। ਪਿਛਲੇ ਹਫ਼ਤੇ ਮੇਰੀ ਮੁੱਲਾਂਪੁਰ ਵਾਲੀ ਟੀਮ ਨਾਲ ਗੱਲ ਹੋ ਰਹੀ ਸੀ, ਤਾਂ ਉਹ ਕਹਿੰਦੇ ਸੀ ਉਦੋਂ ਤੱਕ ਉਹ 30 ਤੋਂ ਵੱਧ ਨਾਟਕ ਜਿਹੜੇ ਇਸ ਮੁਹਿੰਮ ਵਿੱਚ ਜਾ ਕੇ ਕਰ ਚੁੱਕੇ ਨੇ। ਹੋਰ ਬਹੁਤ ਸਾਰੀਆਂ ਟੀਮਾਂ ਉਹਨਾਂ ਨੇ ਨਾਲ ਲੈ ਸੀ ਕਿ ਉਹ ਉੱਥੇ ਨਾਟਕ ਕਰ ਰਹੀਆਂ ਨੇ। ਇਸ ਦਾ ਮਤਲਬ ਹੈ ਕਿ ਨਾਟਕ ਚੱਲਦਾ ਰਹੇਗਾ। ਨਾਟਕ, ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ, ਕਿ ਸਾਡੀ ਜ਼ਿੰਦਗੀ ਨੂੰ ਅੱਗੇ ਤੁਰਦੇ ਰੱਖਣ ਲਈ, ਸਾਡੇ ਦਿਲਾਂ ਨੂੰ ਧੜਕਦੇ ਰੱਖਣ ਲਈ, ਸਾਡੇ ਵਿੱਚ ਸੋਝੀ ਪੈਦਾ ਕਰਨ ਲਈ ਨਾਟਕ ਬਹੁਤ ਜ਼ਰੂਰੀ ਹੈ। ਔਰ ਮੈਨੂੰ ਨਹੀਂ ਲੱਗਦਾ ਕਿ ਨਾਟਕ ਜਿਹੜਾ ਇਹੋ ਜਿਹੀ ਬਿਮਾਰੀ ਜਿਹੜੀ ਹੈ ਉਹ ਉਸ ਨੂੰ ਮਾਰ ਸਕੇਗੀ। ਸਮਾਂ ਜ਼ਰੂਰ ਲੱਗੇਗਾ, ਕਿਉਂਕਿ ਸਾਡੇ ਕਾਨੂੰਨ ਸਖਤ ਨੇ ਕੈਨੇਡਾ ਦੇ ਵਿੱਚ। ਇਸ ਲਈ ਜਿਹੜੀ ਸਭ ਤੋਂ ਪਹਿਲੀ ਮਾਰ ਪੈਂਦੀ ਉਹ ਤੁਹਾਡੀ ਐਂਟਰਟੇਨਮੈਂਟ ਦੇ ਉੱਤੇ ਹੀ ਪੈਂਦੀ ਹੈ, ਤੇ ਸਾਡੀ ਐਂਟਰਟੇਨਮੈਂਟ ਦੇ ਉੱਤੇ ਪਈ ਹੈ। ਸਾਡੇ ਜਿਹੜੇ ਇੰਗਲਿਸ਼ ਨਾਟਕ ਨੇ ਉਹ ਵੀ ਬੰਦ ਨੇ, ਸਾਡੇ ਪੰਜਾਬੀ ਨਾਟਕ ਵੀ ਬੰਦ ਨੇ। ਲੇਕਿਨ ਮੇਰਾ ਖਿਆਲ ਹੈ ਕਿ ਜਦੋਂ ਇਹ ਜਿਹੜੀ ਮੁਸ਼ਕਲ ਖੁੱਲੇਗੀ ਤਾਂ ਉਦੋਂ ਸਭ ਤੋਂ ਜਿਹੜਾ ਵੱਧ ਹੁੰਗਾਰਾ ਜਿਹੜਾ ਪੰਜਾਬੀ ਨਾਟਕਾਂ ਨੂੰ ਜਿਹੜਾ ਪਹਿਲਾਂ ਨਾਲੋਂ ਵੀ ਵੱਧ ਮਿਲੇਗਾ, ਕਿਉਂਕਿ ਲੋਕੀ ਬਾਹਰ ਨਿਕਲਣਾ ਚਾਹ ਰਹੇ ਨੇ, ਲੋਕੀ ਜੀਣਾ ਚਾਹ ਰਹੇ ਨੇ। ਔਰ ਨਾਟਕ ਜਿਹੜਾ ਹੈ ਸਭ ਤੋਂ ਵਧੀਆ ਮਾਧਿਅਮ ਹੈ ਲੋਕਾਂ ਨੂੰ ਜਿਹੜਾ ਉਹ ਐਂਟਰਟੇਨ ਕਰਨ ਦਾ, ਔਰ ਜਿਹੜਾ ਲੋਕਾਂ ਨੂੰ ਜਿਹੜਾ ਕੋਈ ਸੋਚ ਦੇਣ ਦਾ, ਲੋਕਾਂ ਨੂੰ ਕੋਈ ਜੀਵਨ ਪ੍ਰਤੀ ਸੇਧ ਦੇਣ ਦਾ। ਤੇ ਸਾਡੀਆਂ ਟੀਮਾਂ ਜਿਹੜੀਆਂ ਤਤਪਰ ਨੇ, ਹਾਂ, ਕਿਤੇ ਨਾ ਕਿਤੇ ਰੂਪ ਦੇ ਵਿੱਚ ਉਹਨਾਂ ਨੂੰ ਇੰਗਲਿਸ਼ ਜਿਹੜਾ ਮਾਧਿਅਮ ਹੈ ਸਾਡਾ ਜਿਹੜਾ ਅੱਜ ਕੱਲ੍ਹ ਚੱਲ ਪਿਆ ਸੋਸ਼ਲ ਮੀਡੀਆ ਦਾ, ਉਹ ਵੀ ਵਰਤ ਕੇ ਆਪਣੇ ਆਪ ਨੂੰ ਜਿੰਦਾ ਰੱਖਣਾ ਪਵੇਗਾ ਉਦੋਂ ਤੱਕ। ਲੇਕਿਨ ਮੈਂ ਜਿਵੇਂ ਡਾਕਟਰ ਸਾਹਿਬ ਨਾਲ ਬਿਲਕੁਲ ਸਹਿਮਤ ਆ ਕਿ ਨਾਟਕ ਜਿਹੜਾ ਉਹ ਕਦੇ ਮਰਦਾ ਨਹੀਂ ਤੇ ਨਾ ਮਰੇਗਾ। ਬਹੁਤ ਅੱਛੇ ਜੀ, ਬਹੁਤ ਅੱਛੇ। ਸੋ ਮੇਰੇ ਖਿਆਲ ਆਪ ਦਾ ਪ੍ਰੋਗਰਾਮ ਹੁਣ ਇੱਥੇ ਅਸੀਂ ਸਮਾਪਤ ਕਰਨ ਦੀ ਇਜਾਜ਼ਤ ਚਾਹਾਂਗੇ। ਡਾਕਟਰ ਸਾਹਿਬ, ਹਾਂਜੀ। ਮੈਂ ਇਹ ਗੱਲ ਕਰ ਰਹੀ ਹਾਂ ਜੀ ਕਿ ਮੈਂ ਤਾਂ ਬੜੀ ਆਸ਼ਾਵੰਦ ਹੈਗੀ ਹਾਂ ਨਾਟਕਾਂ ਦੀ, ਕਿਉਂਕਿ ਮੇਰੀ ਕਹਾਣੀਆਂ ਦੇ ਨਾਟਕ ਹੋ ਰਹੇ ਨੇ, ਪੰਜਾਬੀ ਦੇ ਵੀ ਬੜੇ ਅੱਛੇ ਨੇ, ਤੇ ਮੈਨੂੰ ਤਾਂ ਲੱਗਦਾ ਕਿ ਸਟੇਜ ਛੇਤੀ ਹੀ ਖੁੱਲ ਜਾਏਗੀ, ਇਹ ਸਾਰੀ ਜਿਹੜੀ ਬਿਮਾਰੀ ਖਤਮ ਹੋ ਜਾਣੀ ਹੈ। ਆਪਣੇ ਦਿਲਾਂ ਦੀ ਬਿਮਾਰੀ ਅੰਦਰੋਂ ਖਤਮ ਹੋ ਚੁੱਕੀ ਹੈ, ਤੇ ਮੇਰੇ ਖਿਆਲ ਲੋਕ ਬੜਾ ਇੰਜੋਏ ਕਰਨਗੇ। ਤੇ ਮੈਂ ਆਪਣੇ ਵੱਲੋਂ ਅੰਤਰਮਨ ਵੱਲੋਂ ਆਪਣੇ ਡਾਕਟਰ ਵੀਰ ਸਿੰਘ ਦਾ, ਆਪਣੇ ਖਹਿਰਾ ਸਾਹਿਬ ਦਾ ਬਹੁਤ ਧੰਨਵਾਦ ਕਰਦੀ ਹਾਂ। ਤੇ ਬਾਕੀ ਆਪਣੀ ਫਾਰਮੈਲਿਟੀ ਜਿਹੜੀ ਆਪਣੀ ਤੁਹਾਡਾ ਬਹੁਤ ਸ਼ੁਕਰੀਆ ਜੀ। ਔਰ ਜ਼ਿੰਦਗੀ ਇੱਕ ਨਾਟਕ ਹੈ, ਤੇ ਇਸ ਨੋਟ ਦੇ ਉੱਤੇ ਅਸੀਂ ਇਹ ਲੈ ਕੇ ਚੱਲੀਏ ਕਿ ਜੇ ਜਿੰਨਾ ਚਿਰ ਜ਼ਿੰਦਗੀ ਚੱਲੇਗੀ ਉਨਾ ਚਿਰ ਜ਼ਿੰਦਗੀ ਨਾਲ ਸੰਬੰਧਿਤ ਇਹ ਨਾਟਕ ਚੱਲੇਗਾ। ਸੋ ਆਪ ਸਭ ਦਾ, ਤੁਹਾਡੇ ਦੋਹਾਂ ਸਾਡੇ ਖਾਸ ਮਹਿਮਾਨਾਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆਪਣੀ ਵਡਮੁੱਲੇ ਵਿਚਾਰ ਔਰ ਗੱਲਬਾਤ ਪੇਸ਼ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਜੀ, ਮਿਹਰਬਾਨੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਅੱਜ ਦਾ ਸਾਡਾ ਹੈਲੋ ਕੈਨੇਡਾ TV ਪ੍ਰੋਗਰਾਮ। ਵੇਖਦੇ ਰਹੋ ਤੁਸੀਂ ਅਗਲੇ ਪ੍ਰੋਗਰਾਮ ਵੀ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੀ ਹੈ ਕੋਈ ਜਾਣਕਾਰੀ ਲੈ ਕੇ ਤੇ ਇਸੇ ਤਰ੍ਹਾਂ ਦੀ ਕੋਈ ਸਾਹਿਤ ਨਾਲ, ਸਮਾਜ ਦੇ ਨਾਲ ਸੰਬੰਧਿਤ ਗੱਲਬਾਤ ਲੈ ਕੇ ਫਿਰ ਹਾਜ਼ਰ ਹੋਵਾਂਗੇ। ਹੁਣ ਤੋਂ ਇਜਾਜ਼ਤ, ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।